आवो मीत प्यारे, मंगल गावो नारे। सच मंगल गावो तां प्रभ पावो। सोहे लड़ा जुग चारे, आनंद गुणी निधान। गुरु गरीब निवास, गरीब निवास। तेग बहादुर सिमरे, तेग बहादुर सिमरे। तेग तेग बहादुर सिमरे, तेग बहादुर सिमरे। तेग
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਰਬਤ ਸਾਧ ਸੰਗਤ, ਆਪ ਸਮੂਹ ਸੰਗਤਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੌਵੀਂ ਗੱਦੀ ਦੇ ਮਾਲਕ, ਨੌਵੀਂ ਜੋਤ, ਜਿਨ੍ਹਾਂ ਦਾ 400 ਸਾਲਾ ਗੁਰਪੁਰਬ ਜਨਮ ਦਿਵਸ ਦੀਆਂ ਖੁਸ਼ੀਆਂ ਵਿੱਚ ਪਰਸੋਂ ਦੇ ਦਿਨ ਤੋਂ ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਆਰੰਭ ਕੀਤੇ ਸਨ। ਤੋਂ ਉਪਰੰਤ ਆਪਾਂ ਕਥਾ ਕੀਰਤਨ ਦੁਆਰਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਤਰ ਹੋਏ ਹਾਂ। ਭਾਈ ਗੁਰਦਾਸ ਜੀ ਆਪਣੀਆਂ 12 ਵਿੱਚ ਲਿਖਦੇ ਨੇ ਕਿ ਉਹ ਗੁਰ ਸਿੱਖਾਂ ਦੇ ਪਰਬ ਜਾਂ ਮਨਾਉਂਦੇ ਹੈ, ਉਹ ਸਿੱਖਾਂ ਦੇ ਭਾਗ ਧੰਨ ਧੰਨ ਉਹਨਾਂ ਨੂੰ ਕਿਹਾ ਹੈ। ਸੋ ਸਾਰੀ ਸੰਗਤ ਇੱਥੋਂ ਦੀ ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੇ ਸਤਿਗੁਰਾਂ ਜੀ ਦੇ ਪਾਵਨ ਪੁਰਬ ਨੂੰ ਮਨਾਉਣ ਦਾ ਉਦਮ ਕੀਤਾ ਹੈ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੋ ਬਾਣੀ ਵਿੱਚ ਉਪਦੇਸ਼ ਹੈ, ਗੁਰਬਾਣੀ ਵਿੱਚ ਬਾਣੀ ਨੇ ਲਿਖਿਆ ਹੈ, ਬਾਣੀ ਵਿੱਚ ਸਤਿਗੁਰਾਂ ਨੇ ਪਿਤਾ ਵੀ ਉਹ ਧੰਨ ਹੈ, ਉਹ ਕੁੱਲ ਨੂੰ ਵੀ ਧੰਨ ਕਿਹਾ ਹੈ, ਉਸ ਮਾਤਾ ਜਨਨੀ ਨੂੰ ਵੀ ਧੰਨ ਕਿਹਾ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਵੀ, ਉਹ ਪਿਤਾ ਕੌਣ ਹੈ? ਉਹ ਹੈ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ। ਧੰਨ ਧੰਨ ਪਿਤਾ। ਕੁੱਲ ਜਿਹੜੀ ਹੈ ਸੋਢੀਆਂ ਦੀ ਕੁੱਲ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਉਹ ਕੁੱਲ ਵੀ ਮਹਾਰਾਜ ਕਹਿੰਦੇ ਧੰਨ ਨੇ। ਅੱਗੇ ਪਰ ਲਿਖਿਆ ਹੈ ਵੀ ਧੰਨ ਧੰਨ ਸੋ ਜਨਨੀ। ਉਹ ਜਨਨੀ ਵੀ ਧੰਨ ਹੈ, ਉਹ ਜਨਮ ਦੇਣ ਵਾਲੀ ਮਾਂ ਵੀ ਧੰਨ ਹੈ। ਉਹ ਸਾਧ ਸੰਗਤ ਜੀ ਪਵਿੱਤਰ ਹਿਰਦਾ ਕਿਹੜਾ ਹੈ, ਜਿਹਦੇ ਚਰਨਾਂ ਉੱਪਰ ਸੀਸ ਝੁਕਦਾ ਹੈ, ਉਹ ਹੈ ਧੰਨ ਧੰਨ ਮਾਤਾ ਨਾਨਕੀ ਜੀ। ਨਾਨਕੀ ਨਾਮ ਦੋ ਵਾਰੀ ਆਉਂਦਾ, ਸਾਨੂੰ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ। ਪਹਿਲਾ ਨਾਮ ਹੈ ਬੇਬੇ ਨਾਨਕੀ। ਜੇ ਬੇਬੇ ਸ਼ਬਦ ਨਾਲ ਲੱਗਿਆ ਤਾਂ ਸਮਝ ਲੈਣਾ ਉਹ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਲਈ ਵਰਤਿਆ ਗਿਆ। ਜੇ ਨਾਲ ਲੱਗਿਆ ਹੋਵੇ ਮਾਤਾ ਨਾਨਕੀ ਤੇ ਫਿਰ ਉੱਥੋਂ ਸਮਝ ਲੈਣਾ ਉਹ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ, ਉਹਨਾਂ ਦੇ ਘਰ ਵਾਲੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਮਾਤਾ। ਬਾਣੀ ਕਹਿੰਦੀ ਉਹ ਜਨਨੀ, ਉਹ ਮਾਤਾ ਵੀ ਧੰਨ ਧੰਨ ਹੈ, ਉਹ ਮਾਤਾ ਵੀ ਪੂਜਣਯੋਗ ਹੈ, ਜਿਸ ਕੁੱਖ ਦੇ ਵਿੱਚੋਂ ਇਹੋ ਜਿਹੇ ਮਹਾਨ ਪ੍ਰਤਾਪੀ ਗੁਰੂ ਨੇ, ਭਗਤ ਨੇ, ਕਿਸੇ ਨੇ ਜਨਮ ਲਿਆ ਹੈ। ਤੇ ਉਸ ਥਾਂ ਨੂੰ ਵੀ ਧੰਨ ਕਿਹਾ। ਮਹਾਰਾਜ ਕਹਿੰਦੇ ਸਾਧ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਧਰਤੀ ਜਿਹੜੀ ਹੈ ਉਹ ਧਰਤੀ ਹੈ ਭਾਗਾਂ ਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ। ਉਹ ਧਰਤੀ ਵੀ ਧੰਨਯੋਗ ਹੈ, ਉਹ ਪੂਜਣਯੋਗ ਹੈ। ਜਦੋਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਤਾਂ ਨੇੜੇ ਹੀ ਗੁਰਦੁਆਰਾ ਹੈ ਗੁਰੂ ਕੇ ਮਹਿਲ। ਜਿਸ ਗੁਰਦੁਆਰਾ ਦੇ ਵਿੱਚ, ਜਿਸ ਉਸ ਅਸਥਾਨ ਦੇ ਉੱਪਰ ਉਹ ਗੁਰੂ ਸਾਹਿਬਾਂ ਦੀ ਆਪਣੀ ਰਿਹਾਇਸ਼ ਹੁੰਦੀ ਸੀ। ਗੁਰੂ ਰਾਮਦਾਸ ਮਹਾਰਾਜ ਵੀ ਉੱਥੇ ਰਹੇ, ਗੁਰੂ ਅਰਜਨ ਦੇਵ ਮਹਾਰਾਜ ਵੀ ਉੱਥੇ ਰਹੇ, ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਰਹੇ ਤੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਵੀ ਉਸੇ ਘਰ ਦੇ ਵਿੱਚ ਹੋਇਆ। ਉਹਦਾ ਨਾਮ ਹੈ ਗੁਰੂ ਕੇ ਮਹਿਲ। ਉਹ ਥਾਂ ਵੀ ਮਹਾਰਾਜ ਕਹਿੰਦੇ ਧੰਨਤਾ ਦੇ ਯੋਗ ਹੈ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਿਹਾ। ਇੱਕ ਸਿੱਖ ਮੇਵੜਾ ਅਰਦਾਸ ਕਰਨ ਵਾਲਾ ਕੋਲ ਆਇਆ, ਆ ਕੇ ਸਤਿਗੁਰਾਂ ਦੇ ਕੰਨਾਂ ਵਿੱਚ ਹੌਲੀ ਦੇਣੇ ਕਹਿੰਦਾ, ਸਤਿਗੁਰੂ ਜੀ ਆਪ
ਜੀ ਦੇ ਘਰ ਦੇ ਵਿੱਚ ਅਕਾਲ ਪੁਰਖ ਦੀ ਕਿਰਪਾ ਨਾਲ ਪੰਜਵੇਂ ਪੁੱਤਰ ਦੀ ਦਾਤ ਬਖਸ਼ਿਸ਼ ਪ੍ਰਾਪਤ ਹੋਈ ਹੈ। ਪੰਜ ਪੁੱਤਰ ਸਨ। ਪਹਿਲੇ ਸਨ ਬਾਬਾ ਗੁਰਦਿੱਤਾ ਜੀ, ਫਿਰ ਅਟਲ ਰਾਏ, ਅਣੀ ਰਾਏ, ਸੂਰਜਮਲ ਤੇ ਇੱਕ ਸੀ ਬੱਚੀ, ਉਹਦਾ ਨਾਮ ਸੀ ਬੀਬੀ ਹੀਰੋ। ਔਰ ਸਾਰਿਆਂ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਮਹਾਰਾਜ। ਇਹ ਕੰਨਾਂ ਵਿੱਚ ਆਵਾਜ਼ ਸੁਣੀ ਤੇ ਮਹਾਰਾਜ ਅਡੋਲ ਬੈਠੇ ਰਹੇ। ਸਮਾਪਤੀ ਹੋਈ ਕੀਰਤਨ ਦੀ, ਅਰਦਾਸਾ ਹੋਇਆ, ਫਿਰ ਆਪਣੇ ਗ੍ਰਹਿ ਵਿੱਚ ਜਾਂਦੇ ਹੈ। ਘਰ ਵਿੱਚ ਜਾ ਕੇ ਜਦੋਂ ਉਸ ਨਵ ਜੰਮੇ ਬੱਚੇ ਦੇ ਬਾਲ ਦੇ ਦਰਸ਼ਨ ਕਰਦੇ ਆ ਤੇ ਸਤਿਗੁਰੂ ਜੀ ਆਪਣਾ ਥੋੜਾ ਜਿਹਾ ਸੀਸ ਉਹਦੇ ਅੱਗੇ ਝੁਕਾਉਂਦੇ ਆ। ਉਸ ਸਮੇਂ ਬਾਬਾ ਬੁੱਢਾ ਜੀ ਵਰਗੇ ਸਿੱਖ ਮੌਜੂਦ ਸਨ, ਭਾਈ ਗੁਰਦਾਸ ਜੀ ਵਰਗੇ, ਬਾਬਾ ਬਿਧੀ ਚੰਦ ਵਰਗੇ। ਉਹਨਾਂ ਨੇ ਕਿਹਾ, ਸਤਿਗੁਰੂ ਆਪ ਜੀ ਦੇ ਘਰ ਵਿੱਚ ਪਹਿਲਾਂ ਵੀ 4 ਪੁੱਤਰਾਂ ਨੇ ਜਨਮ ਲਿਆ ਹੈ, ਪਰ ਇਸ ਤਰ੍ਹਾਂ ਤੁਹਾਡਾ ਚਿਹਰੇ ਉੱਪਰ ਜੋ ਅੱਜ ਲਾਲੀ ਆਈ ਹੈ, ਜੋ ਤੁਹਾਡੇ ਚਿਹਰੇ ਤੇ ਨੂਰ ਆਇਆ, ਤੁਸੀਂ ਆਪਣਾ ਸੀਸ ਝੁਕਾਇਆ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਹੜੇ ਬੱਚੇ ਨੇ, ਬਾਲ ਨੇ ਅੱਜ ਜਨਮ ਲਿਆ ਹੈ, ਇਹ ਬੜਾ ਹੀ ਵੱਡੇ ਪ੍ਰਤਾਪ ਵਾਲਾ ਹੋਵੇਗਾ, ਇਹ ਦੀਨਾਂ ਦੀ ਰੱਖਿਆ ਕਰਨ ਵਾਲਾ ਹੋਵੇਗਾ, ਇਹ ਦੁਖੀਆਂ ਦੇ ਦੁੱਖ ਦੂਰ ਕਰਨਾ ਹੋਣ ਵਾਲਾ ਹੋਵੇਗਾ, ਸੰਕਟ ਹਰੇ, ਇਹ ਹਰ ਇੱਕ ਦਾ ਸੰਕਟ ਹਰਨ ਵਾਲਾ, ਭਾਵ ਦੂਰ ਕਰਨ ਵਾਲਾ ਹੋਵੇਗਾ। ਇਸ ਕਰਕੇ ਇਹ ਬਹੁਤ ਪ੍ਰਤਾਪੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਬੜਾ ਦੁਨੀਆ ਦਾ ਭਾਰ ਆਪਣੇ ਸਿਰ ਤੇ ਚੁੱਕ ਲੈਣਾ। ਇਸ ਕਰਕੇ ਇਹਨੇ ਸਜਦਾ ਕੀਤਾ ਹੈ। ਸੋ ਮਹਾਰਾਜ ਦੀ ਇਸੇ ਤਰ੍ਹਾਂ ਆਜੂ ਅੱਗੇ ਵੱਧਦੀ ਜਾਂਦੀ ਹੈ। 13 ਸਾਲ ਦੇ ਉਮਰ ਦੇ ਵਿੱਚ ਸਾਧ ਸੰਗਤ ਜੀ, ਭਾਈ ਲਾਲ ਚੰਦ, ਉਹਨਾਂ ਦੀ ਸੁਪੁੱਤਰੀ ਮਾਤਾ ਗੁਜਰੀ ਦੇ ਨਾਲ ਸ਼ਾਦੀ ਹੋ ਜਾਂਦੀ ਹੈ। ਕਰਤਾਰਪੁਰ ਸ਼ਹਿਰ ਹੈ ਜੋ ਜਲੰਧਰ ਦੇ ਨੇੜੇ ਹੈ। ਇੱਕ ਕਰਤਾਰਪੁਰ ਹੈ ਜੋ ਬਾਬੇ ਨਾਨਕ ਨੇ ਵਸਾਇਆ, ਉਹ ਪਾਕਿਸਤਾਨ ਵਿੱਚ ਹੈ। ਇਹ ਪੰਜਾਬ ਦੇ ਵਿੱਚ ਕਰਤਾਰਪੁਰ, ਉੱਥੋਂ ਦੇ ਰਹਿਣ ਵਾਲੇ ਸਨ ਮਾਤਾ ਗੁਜਰੀ ਜੀ। ਵਿਆਹ ਤੋਂ ਬਾਅਦ ਹੀ ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣਾ ਸਰੀਰ ਤਿਆਗਣਾ ਸੀ। ਸਾਰੇ ਸਿੱਖਾਂ ਨੂੰ ਮਿਲਦੇ ਆ ਤੇ ਮਾਤਾ ਨਾਨਕੀ ਨੂੰ ਉਦੋਂ ਕਹਿ ਦਿੰਦੇ ਆ, ਨਾਨਕੀ ਤੂੰ ਆਪਣੇ ਪੁੱਤਰ ਤੇਗ ਬਹਾਦਰ ਤੇ ਆਪਣੀ ਨੂੰਹ ਗੁਜਰੀ ਨੂੰ ਲੈ ਕੇ ਬਕਾਲੇ ਚਲੀ ਜਾ, ਤੂੰ ਇੱਥੇ ਕੀਰਤਪੁਰ ਜਾਂ ਅੰਮ੍ਰਿਤਸਰ ਨਹੀਂ ਰਹਿਣਾ, ਕਿਉਂਕਿ ਉੱਥੇ ਵਿਰੋਧ ਕਰਨ ਲੱਗ ਗਏ ਸਨ ਕਿ ਤੁਸੀਂ ਉਹ ਜਗ੍ਹਾ ਤੇ ਰਹਿਣਾ ਹੈ। ਔਰ ਉੱਥੇ ਗੁਰੂ ਸਾਹਿਬ ਨੇ ਬਚਨ ਵੀ ਕੀਤੇ ਹੋਏ ਸਨ। ਭਾਈ ਮਹਿਰਾ ਇੱਕ ਸਿੱਖ ਹੋਇਆ, ਬਕਾਲੇ ਦੀ ਧਰਤੀ ਉੱਪਰ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਦੇ ਮਾਤਾ ਗੰਗਾ ਜੀ ਦਾ ਸੰਸਕਾਰ ਵੀ ਉੱਥੇ ਹੋਇਆ ਸੀ। ਉਦੋਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕੁਝ ਸਮਾਂ ਹੋਰ ਰਹੋ। ਤੇ ਉਦੋਂ ਸਤਿਗੁਰਾਂ ਨੇ ਬਚਨ ਕੀਤਾ ਸੀ, ਹੁਣ ਸਮਾਂ ਨਹੀਂ, ਕੋਈ ਸਮਾਂ ਆਵੇਗਾ, ਉਦੋਂ ਕਈ ਸਾਲ ਇੱਥੇ ਰਵਾਂਗੇ। ਉਹ ਬਚਨ ਪੂਰਾ ਕਰਨ ਵਾਸਤੇ ਮਹਾਰਾਜ ਨੇ ਆਪਣੇ ਘਰੋਂ ਮਾਤਾ ਨਾਨਕੀ ਨੂੰ ਕਿਹਾ, ਤੂੰ ਗੁਰੂ ਤੇਗ ਬਹਾਦਰ ਤੇ ਆਪਣੀ ਨੂੰਹ ਗੁਜਰੀ ਨੂੰ ਲੈ ਕੇ ਉੱਥੇ ਚਲੀ ਜਾ। ਤੇ ਉੱਥੇ ਸਾਧ ਸੰਗਤ ਜੀ ਚਲੇ ਜਾਂਦੇ ਹੈ। ਮਾਤਾ ਨਾਨਕੀ, ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ 15-16 ਸਾਲ ਦੀ ਉਮਰ ਹੈ ਜਦੋਂ ਉੱਥੇ ਚਲੇ ਜਾਂਦੇ ਹੈ। ਉੱਥੇ ਭੋਰੇ ਦੇ ਵਿੱਚ ਜਾ ਕੇ ਉੱਥੇ ਜਪ ਤਪ ਕਰਦੇ ਹੈ। ਇਤਿਹਾਸ ਲਿਖਦਾ ਹੈ, ਸਵੇਰੇ ਸ਼ਾਮ ਘੋੜੀ ਤੇ ਸਵਾਰ ਹੋ ਕੇ ਬਾਹਰ ਚੱਕਰ ਲਾਉਂਦੇ ਆ, ਗੇੜਾ ਕੱਢ ਕੇ ਆ ਜਾਂਦੇ ਆ, ਫਿਰ ਸਾਰਾ ਦਿਨ ਜਪ ਤਪ ਕਰੀ ਜਾਂਦੇ ਆ ਬੈਠੇ ਭੋਰੇ ਵਿੱਚ। ਔਰ ਦੂਸਰੇ ਪਾਸੇ ਗੁਰਤਾ ਗੱਦੀ 7ਵੇਂ ਪਾਤਸ਼ਾਹ ਨੂੰ ਮਿਲ ਜਾਂਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰਿਆਂ ਨੂੰ। ਉਹਦੇ ਤੋਂ ਬਾਅਦ ਉਹਨਾਂ ਦੇ ਪੁੱਤਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਮਿਲ ਜਾਂਦੀ ਹੈ। ਤੇ ਇੱਧਰ ਗੁਰੂ ਤੇਗ ਬਹਾਦਰ ਬਾਬੇ ਬਕਾਲੇ ਦੀ ਧਰਤੀ ਉੱਪਰ ਬੈਠੇ ਹੋਏ ਨੇ। ਉਹਨੇ ਸਮੇਂ ਵਿੱਚ 2 ਗੁਰਤਾ ਗੱਦੀਆਂ, ਇਹ ਲੰਘ ਜਾਂਦਾ ਸਮਾਂ। ਔਰ ਜਿਸ ਸਮੇਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੇ ਵਿੱਚ, ਜਿੱਥੇ ਅੱਜ ਆਪਾਂ ਬਾਲਾ ਪ੍ਰੀਤਮ ਗੁਰਦੁਆਰਾ ਹੈ, ਉਹ ਜਗ੍ਹਾ ਦੇ ਉੱਪਰ ਦੁਖੀਆਂ ਦੇ ਦੁੱਖ ਦੂਰ ਕਰਦੇ ਹੋਏ ਆਪਣਾ ਸਰੀਰ ਤਿਆਗਣ ਲੱਗਦੇ ਹੈ। ਤੇ ਉਸ ਟਾਈਮ ਸੰਗਤਾਂ ਆ ਕੇ ਬਚਨ ਕਰਦੀਆਂ ਨੇ, ਦਰਸ਼ਨ ਕਰਦੀਆਂ ਨੇ। ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਇੱਕ ਮਰਜ਼ਾਦਾ ਚੱਲਦੀ ਆਈ ਹੈ ਵੀ ਜਦੋਂ ਇੱਕ ਸਰੀਰ ਜਾਂਦਾ ਹੈ ਤੇ ਉਹ ਆਪਣੀ ਜੋਤ ਦੂਸਰੇ ਸਰੀਰ ਵਿੱਚ ਕਰਕੇ ਜਾਂਦਾ ਹੈ। ਵੀ ਕਿਰਪਾ ਕਰੋ, ਤੁਹਾਡੇ ਤੋਂ ਬਾਅਦ ਤੁਸੀਂ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਕੋਈ ਸਰੀਰ ਹੋਰ ਜਿਹਦੇ ਵਿੱਚ ਜੋਤ ਪ੍ਰਵੇਸ਼ ਕਰੇਗੀ, ਕੋਈ ਦੱਸਿਆ ਨਹੀਂ, ਕਿਰਪਾ ਕਰੋ ਕੌਣ ਹੋਵੇਗਾ?
क्योंकि पहलियां गुरुआं तक गुरु साहब अपने हुंदियां होइयां अपनी जगह ते गुरता गद्दी दे के जाते रहे हैं। पर 8वें पातशाह वेले होया कि महाराज उत्थे वो बीमारी कारण बहुत ज़्यादा शरीर करके तकलीफ है, ढिले हो गए है। महाराज मंजे ते पे आ, वो समग्री सारी मंगाई जिहड़ी समग्री गुरु नानक पातशाह तो लैके वरतते रहे हैं, 5 पैसे ते नारियल होर समग्री। कहते गुरु हरकृष्ण साहब जी ने वो मोल मंगाई है, पिया होया ने मंजे ते रख के अपना सज्जा हथ ਉਹਦੀ ਇਉਂ परिक्रमा की है। जिमें प्रतख रूप में आप तुर के करते सन, पर हम तुरन जोगे नहीं है, पर पिया होया ने अपना हाथ उपर नहीं घुमाया, इउं परिक्रमा की है। तो परिक्रमा करके कह दिता कि बाबा बसे ग्राम बकाले बन गुर संगत आप संभाले। ये वचन कर दिता कि आने वाली जी गुरता गद्दी है, 9वां गुरु है, वो है बाबे के अर्थ सन। कि गुरु तेग बहादुर महाराज 8वें पातशाह के दादा जी लगते सी, दादे नूं बाबा कहते हैं, क्योंकि बाबा गुरदित्ता जी के पुत्र सन गुरु हरराय साहब, हरराय साहब के पुत्र सन कि हरकृष्ण जी, ते बाबे गुरदित्ते के निक्के भरा सन गुरु तेग बहादुर महाराज। इस करके वो दादा रिश्तेदारी में लगते हैं। ये गल वो कह गए ने 8वें पातशाह के बाबा बसे ग्राम बकाले, उसका भाव सी कि मेरा दादा वो उत्थे रह रहा है तो आप सतगुरु जी अपना शरीर त्याग गए। तो वो सारी साध संगत जी जिहड़ी सी वो समग्री सी, उतों फिर संगत जिहड़े है साध संगत जी कुछ भाई द्वारका दास जी जिन्हों का नाम आया है, वो लैके दिल्ली तो तुर पैंदे आ पंजाब के वालों, क्योंकि उतों 400-500 किलोमीटर बकाला है, साध संगत जी दिल्ली तो पै जाता है। वो दूसरे पासे ये खबर पंजाब के विच जिवें कहंदे अग वांग फैल गई है कि 8वें पातशाह शरीर त्याग गया, तो 9वीं थां ते वो किसी नूं बिठा के नहीं गए, सिर्फ इन्नी गल कह गया कि बाबा बसे ग्राम बकाले। हुण इस गल का लाहा खट्टण वास्ते साध संगत जी सारे ही तैयार हो गए भी वो किहड़ा किसी का नाम लैके गए आ। ये कह गया कि बाबा ग्राम बकाले के विच रहिंदा है। उस गल नूं गलत करदियां होइयां साध संगत जिन्ने भी गुरु घर दे मरसद सी आपो अपनी गड्डियां ला ला के बैठ गए। संगतां भी उत्थे जाणियां शुरू हो गईयां, क्योंकि संगतां नूं हुक्म हो गया कि जिहड़ा अगला गुरु है वो बकाले विच रहिंदा है। संगतां भी जान लग गई। जो संगतां जान लग गई तो साध संगत जी जिहड़े ठग लोग सन वो भी अपन गद्दियां ला के बह गए। उन्होंने विचों एक सब तो वड्डी गद्दी का मालक है धीरमल। हुण धीरमल जिहड़ा है वो गुरु तेग बहादुर का सका भतीजा, क्योंकि बाबे गुरदित्ते का वो पुत्र है तो गुरु हरराय साहब जी का भरा, तो गुरु तेग बहादुर का सका भतीजा है। वो तां करके क्योंकि जिहड़े स्वरूप गुरु पंचम पातशाह महाराज ने भाई गुरदास जी तो अपने हत्थीं लिखवा के दरबार साहब दे विच प्रकाश कीते सन, ओहदे वो कोल सी उहदे कोल। क्योंकि 6वें पातशाह तो छड्ड के आ गए, 8वें पातशाह भी अंम੍ਰਿਤਸਰ नहीं दोबारा गए, इस करके वो धीरमल का वो थां ते कब्जा हो गया। दरबार साहब अंम੍ਰਿਤਸਰ उन्हें वो स्वरूप चक लिया, ये दुनिया नूं दिखाउण लग गया भी वेखो सब तो जिहड़ी गुरु घर की कह दी कीमती चीज़ है, मनण वाली चीज़ है, गुरु ग्रंथ साहब मेरे कोले आ, इस करके गद्दी का मालक मैं हाँ। धीरमल सब तो वड्डी गद्दी ला के बैठ गया। इस तरह साध संगत 22 मंजियां कहते भी थां थां ते 22 गुरु बन के आपो अपनी जगह ते बैठ गए। सारिਆਂ ने अपने अपने अगे एजेंट छड्डे हुए है। जदों कोई संगत जाती है अगों जाके उन्होंने लैके आउंदे भी मेरे वाला गुरु असली है, ये बड़ियां करामातां ने, ये बड़ा कुछ करता है, इन्हें आओ किया वो किया, पाप के इहो जिहियां वडियाइयां उस्ततां करते हैं। तो इहो जिहियां उस्ततां साध संगत जी वो करवा रहे हैं, पर गुरु साहब जी आप भोरे विच गुप्त ने, क्योंकि वो तो बाणी विच ही लिख के गए आ, कहंदे उस्तत निंदा दो त्यागे। कहंदे आ मनुख जो परमात्मा की दरगाह विच प्रवान होना ना, उस्तत ते निंदा दोने चीज़ां त्याग दे। हुण मन विच आउंदा भी उस्तत एक पासे बाणी विच आया भी उस्तत मन में कर निरंकार, कि परमात्मा निरंकार की वो उस्तत कर है। दूसरे पासे महाराज कहते उस्तत ना करो, उसका भाव की है, कहते जिहड़ी झूठी उस्तत आ
ਭਾਵ ਬੰਦੇ ਵਿੱਚ ਉਹ ਗੁਣ ਹੁੰਦੇ ਨਹੀਂ, ਉਹਦੀ ਚਾਪਲੂਸੀ ਕਰਨ ਵਾਲੇ, ਉਹਦੇ ਕਹੀਏ ਚਮਚੇ ਇੰਨੀ ਵਡਿਆਈ ਕਰ ਦਿੰਦੇ ਆ ਨਾ, ਕੰਡੇ ਨੂੰ ਵੀ ਫੁੱਲ ਬਣਾ ਦਿੰਦੇ ਆ, ਪਰ ਹੁੰਦਾ ਉਹਦੇ ਪੱਲੇ ਕੱਖ ਨਹੀਂ। ਮਹਾਰਾਜ ਕਹਿੰਦੇ ਇਹੋ ਜੀ ਵਡਿਆਈ ਤੋਂ ਬਚ। ਉਹਦੇ ਵਾਸਤੇ ਮਹਾਰਾਜ ਲਿਖੇ ਆ ਬਾਣੀ ਵਿੱਚ ਕਿ ਲੋਕਣ ਕੀ ਚਤਰਾਈ ਉਪਮਾ, ਵੀ ਲੋਕਾਂ ਦੀ ਚਤਰਾਈ ਨਾ ਕੀਤੀ ਹੋਈ ਵਡਿਆਈ ਤੇ ਬਸੰਤਰ ਡਾਰ, ਕਹਿੰਦੇ ਉਹਨੂੰ ਅੱਗ ਵਿੱਚ ਸੁੱਟ ਦੇ। ਇਹੋ ਜੀ ਉਸਤਤ ਤੋਂ ਬਚ। ਇਹ ਲੋਕ ਉਸਤਤ ਵੀ ਕਰਦੇ ਆ, ਬਾਅਦ ਵਿੱਚ ਮੁੱਦਾ ਵੀ ਸੁੱਟ ਦਿੰਦੇ ਆ। ਇਸ ਕਰਕੇ ਕਹਿੰਦੇ ਇਹੋ ਜੀ ਉਸਤਤ ਨਿੰਦਾ ਦੋ ਤਿਆਗੈ। ਨਿੰਦਾ ਕੀ ਹੈ? ਜੋ ਕੋਈ ਗੱਲ ਹੈ ਨਹੀਂ, ਐਵੇਂ ਬਣਾ ਬਣਾ ਕੇ ਕਰੀ ਜਾਂਦੇ, ਉਹਨੇ ਆਹ ਕਰਤਾ, ਉਹ ਕਰਤਾ, ਉਹ ਖਾ ਲਿਆ, ਉਹ ਲੈ ਗਿਆ। ਕਹਿੰਦੇ ਇਹੋ ਗੱਲਾਂ ਦੋ ਤਿਆਗ ਦੇ। ਇਸੇ ਕਰਕੇ ਹੁਣ ਮਹਾਰਾਜ ਤੇ ਸਾਧ ਸੰਗਤ ਚੁੱਪ ਰਹਿੰਦੇ ਆ। ਉਹ ਜਿਹੜੇ ਕਹਿੰਦੇ ਵੀ ਖਾਲੀ ਭਾਂਡੇ ਆ ਨਾ, ਇੱਕ ਭਗਤ ਕਬੀਰ ਜੀ ਦਾ ਸ਼ਬਦ ਆਉਂਦਾ ਹੈ, ਕਹਿੰਦੇ ਕਹੋ ਕਬੀਰ ਸੂਸਾ ਘੱਟ ਬੋਲੇ। ਸੂਸਾ ਕਹਿੰਦੇ ਐ ਖਾਲੀ ਨੂੰ, ਘੜਾ ਕਹਿੰਦੇ ਘੜੇ ਨੂੰ। ਕਹਿੰਦੇ ਖਾਲੀ ਘੜਾ ਤੋੜੇ ਹੁੰਦੇ ਨਾ ਘਰਾਂ ਵਿੱਚ, ਉਹਦੇ ਉੱਪਰ ਪੁੱਠੇ ਹੱਥ ਡੋਲਾ ਬੋਲਾ ਮਾਰ ਕੇ ਵੇਖੀਏ, ਚਮਚਾ ਵੀ ਮਾਰੀਏ ਵੀ ਉਹ ਖੜਕਦਾ। ਕਹਿੰਦੇ ਕਹੋ ਕਬੀਰ ਸੂਸਾ ਘੱਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਜੇ ਉਹ ਘੜਾ ਪਾਣੀ ਨਾ ਭਰ ਦੋ, ਕਿਸੇ ਹੋਰ ਕਣਕ ਨਾ ਕਿਸੇ ਨਾਲ ਭਰ ਦੋ, ਫਿਰ ਉਹਨੂੰ ਖੜਕਾ ਕੇ ਵੇਖੀਏ, ਘੜੇ 'ਚੋਂ ਆਵਾਜ਼ ਨਹੀਂ ਆਉਂਦੀ। ਭਾਵ ਕੀ ਆ? ਉਹ ਹੁਣ ਭਰ ਗਿਆ, ਜਿੰਨਾ ਚਿਰ ਖਾਲੀ ਸੀ ਉਹਨਾਂ ਚਿਰ ਹੀ ਵਾਂ ਵਾਂ ਕਰਦਾ ਸੀ, ਤੇ ਜਦੋਂ ਭਰ ਗਿਆ ਉਦੋਂ ਸ਼ਾਂਤ ਹੋ ਗਿਆ। ਇਸ ਕਰਕੇ ਜਿਹੜੇ ਤਾਂ ਭਰੇ ਹੋਏ ਨੇ ਉਹ ਤੇ ਭੋਰੇ ਵਿੱਚ ਚੁੱਪ ਬੈਠੇ, ਜਿਹੜੇ ਖਾਲੀ ਸੀ ਉਹ ਰੌਲਾ ਪਾਉਂਦੇ ਆ। ਉਹ ਰੌਲਾ ਪਾ ਪਾ ਕੇ ਦੁਨੀਆ ਨੂੰ ਦੱਸ ਰਹੇ ਹੈ ਕਿ ਮੈਂ ਗੁਰੂ ਹਾਂ, ਦੂਸਰਾ ਕਹਿੰਦਾ ਮੇਰਾ ਗੁਰੂ ਤਕੜਾ ਹੈ, ਉਹ ਕਹਿੰਦਾ ਮੇਰਾ ਗੁਰੂ ਵੱਡਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਅਸਲੀ ਹੁੰਦਾ ਨਾ ਉਹ ਤੇ ਅੰਦਰ ਹੀ ਬੈਠ ਜਾਂਦਾ, ਉਹਨੂੰ ਕਹਿਣਾ ਨਹੀਂ ਪੈਂਦਾ ਕਿ ਮੈਂ ਅਸਲੀ ਹਾਂ। ਉਹਦਾ ਤਾਂ ਮੂੰਹ ਆਪਣੇ ਆਪ ਹੀ ਚੁੱਪ ਹੋ ਜਾਂਦਾ, ਉਹ ਆਪਣੀ ਵਡਿਆਈ ਕਰਵਾਉਂਦਾ ਹੀ ਨਹੀਂ। ਉਹਦੀ ਵਡਿਆਈ ਤਾਂ ਫਿਰ ਮਹਾਰਾਜ ਕਹਿੰਦੇ ਜਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾਵੇ। ਉਹਦੀ ਪੂਜਾ ਤਾਂ ਗੁਰੂ ਆਪੇ ਹੀ ਕਰਵਾ ਦਿੰਦਾ, ਉਹਨੂੰ ਕਰਵਾਉਣੀ ਨਹੀਂ ਪੈਂਦੀ, ਉਹਨੂੰ ਕਹਿਣਾ ਨਹੀਂ ਪੈਂਦਾ ਮੇਰੇ ਕੋਲੇ ਆਓ, ਮੈਂ ਵੱਡਾ ਹਾਂ, ਮੈਂ ਗੁਰੂ ਹਾਂ। ਮਹਾਰਾਜ ਕਹਿੰਦੇ ਉਹਦੇ ਕੋਲ ਤੇ ਰੱਬ ਆਪਣੇ ਆਪ ਹੀ ਭੇਜ ਦਿੰਦਾ, ਉਹਨੂੰ ਸੱਦਣਾ ਨਹੀਂ ਪੈਂਦਾ। ਹੁਣ ਇੱਧਰ ਤੇ ਸਾਧ ਸੰਗੇ ਗੁਰੂ ਬਣ ਕੇ ਬੈਠੇ ਆ, ਦੂਸਰੇ ਪਾਸੇ ਹੁਣ ਸਮਾਂ ਆ ਗਿਆ ਗੁਰੂ ਦੇ ਪ੍ਰਗਟ ਹੋਣ ਦਾ, ਤੇ ਭਾਈ ਮੱਖਣ ਸਾਹ ਲਵਾਣਾ। ਇਹ ਦੋ ਸਾਧ ਸੰਗ ਜੀ ਇਤਿਹਾਸ ਕਹਿੰਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜ਼ਿੰਦਗੀ 'ਚ ਦੋ ਸਾਹ ਮਿਲੇ ਆ। ਇੱਕ ਮਿਲਿਆ ਮੱਖਣ ਸਾਹ, ਦੂਜਾ ਮਿਲਿਆ ਹੈ ਲੱਖੀ ਸਾਹ। ਕਹਿੰਦੇ ਇੱਕ ਸਾਹ ਨੇ ਤਾਂ ਗੁਰੂ ਨੂੰ ਪ੍ਰਗਟ ਕੀਤਾ, ਦੂਜੇ ਸਾਹ ਨੇ ਧੜ ਨੂੰ ਸਾਂਭਿਆ ਸੀ। ਮਿਲੇ ਵੀ ਦੋ ਸਾਹ ਨੇ, ਔਰ ਦੋਨਾਂ ਸਾਹਾਂ ਨੇ ਸੇਵਾ ਕੀ ਕੀਤੀ ਹੈ। ਇੱਕ ਸਾਹ ਨੇ ਗੁਰੂ ਨੂੰ ਪ੍ਰਗਟ ਕਰ ਦਿੱਤਾ, ਔਰ ਦੂਸਰੇ ਸਾਹ ਨੇ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ। ਇੱਕ ਆ ਮੱਖਣ ਸਾਹ ਤੇ ਦੂਜਾ ਹੈ ਲੱਖੀ ਸਾਹ। ਔਰ ਦੋਹਾਂ ਦਾ ਆਪਸ ਵਿੱਚ ਸੰਬੰਧ ਬੜਾ ਗੂੜਾ ਹੈ। ਦੋਨੇ ਦਿੱਲੀ ਵਿੱਚ ਰਹਿੰਦੇ ਆ, ਇਹ ਬਹੁਤ ਤਕੜੇ ਸ਼ੇਠ ਆ। ਮੱਖਣ ਸਾਹ ਜਿਹੜਾ ਹੈ ਇਹਦਾ ਕੰਮ ਹੈ ਪਾਣੀ ਵਿੱਚ ਜਹਾਜ਼ਾਂ ਦਾ ਕੰਮ। ਇੱਕ ਮੁਲਕ ਤੋਂ ਦੂਸਰੇ ਮੁਲਕ ਵਿੱਚ ਸਮਾਨ ਲੈ ਕੇ ਜਾਣਾ, ਔਰ ਔਰੰਗਜ਼ੇਬ ਦੀਆਂ ਫੌਜਾਂ ਦਾ ਸਮਾਨ, ਉਹਦੀਆਂ ਵਰਦੀਆਂ, ਹਥਿਆਰ ਸਪਲਾਈ ਕਰਨੇ, ਸਾਰਾ ਕੰਮ ਇਹਦਾ ਮੱਖਣ ਸਾਹ ਦਾ ਕੰਮ ਆ। ਇਹ ਉਸ ਟਾਈਮ ਦਾ ਬਹੁਤ ਵੱਡਾ ਵਪਾਰੀ ਸੀ। ਦੂਸਰੇ ਪਾਸੇ ਆ ਲੱਖੀ ਸਾਹ। ਲੱਖੀ ਸਾਹ ਦਾ ਕੰਮ ਹੈ ਧਰਤੀ ਉੱਪਰ, ਉਹਦਾ ਕੰਮ ਹੈ ਪਾਣੀ ਵਿੱਚ। ਸਾਰਾ ਪਾਣੀ ਵਾਲਾ ਕੰਮ ਉਹ ਕਰਦਾ ਜਹਾਜ਼ਾਂ ਦਾ, ਤੇ ਜਿਹੜਾ ਉਹਦਾ ਸਮਾਨ ਫਿਰ ਅੱਗੇ ਪਹੁੰਚਾਉਣਾ ਗੱਡਿਆਂ ਨਾਲ, ਉਹ ਕੰਮ ਹੈ ਲੱਖੀ ਸਾਹ ਦਾ। ਲੱਖੀ ਸਾਹ ਦੇ ਉਸ ਟਾਈਮ ਦੇ ਇਤਿਹਾਸ ਵਿੱਚ ਪੜ੍ਹਿਆ 50,000 ਗੱਡਾ ਚੱਲਦਾ। ਜਿਵੇਂ ਕਹੀਏ ਨਾ ਕਿਸੇ ਦੀਆਂ 50,000 ਬੋਰੀਆਂ ਚੱਲਦੀਆਂ, ਅੱਜ ਕਿਸੇ ਦੀਆਂ ਦੋ ਹੋਣ, ਆਪਾਂ ਕਹਿੰਦੇ ਬੱਲੇ ਬੱਲੇ ਦੋ ਨੇ, ਚਾਰ ਨੇ, 50,000 ਗਿਣ ਕੇ ਵੇਖ ਲਓ ਕਿੰਨੀਆਂ ਨੇ। 50,000 ਗੱਡਾ, 3-4 ਹਜ਼ਾਰ ਉਹਦੇ ਉਸ ਟਾਈਮ ਊਠ ਹਾਥੀ ਨੇ, ਜਿਨ੍ਹਾਂ ਉੱਪਰ ਉਹ ਸਮਾਨ ਫਿਰ ਜਹਾਜ਼ਾਂ ਵਿੱਚੋਂ ਚੁੱਕ ਕੇ ਗੱਡਿਆਂ ਤੇ ਅੱਗੇ ਅੱਗੇ ਜਿੱਥੇ ਜਿੱਥੇ ਕੋਈ ਗੁਜਰਾਤ ਵਿੱਚ ਜਾਂਦਾ ਹੈ, ਕੋਈ ਦਿੱਲੀ ਵਿੱਚ ਸਮਾਨ, ਉਹ ਪਹੁੰਚਾਉਣਾ ਲੱਖੀ ਸਾਹ ਦਾ ਕੰਮ ਹੈ। ਇਹ ਦੋਹਾਂ ਦਾ ਬਹੁਤ ਸੰਬੰਧ ਹੈ ਆਪਸ ਦੇ ਵਿੱਚ। ਔਰ ਦੂਸਰੇ ਪਾਸੇ ਇਹ ਪਰਿਵਾਰ ਗੁਰੂ ਨਾਲ, ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਜੁੜੇ ਹੋਏ ਆ, ਕਿਉਂਕਿ ਗੁਰੂ ਅੱਗੇ ਭਾਵਨਾ ਉਹਦੀ ਵੱਜ ਸਕਦੀ ਹੈ ਜਿਹਦਾ ਪਿੱਛੇ ਤੋਂ ਜੁੜਿਆ ਹੋਵੇ। ਜੇ ਕਹਿੰਦੇ ਨਾ ਨਵਾਂ ਬੰਦਾ ਆ ਕੇ ਜੁੜ ਜਾਂਦਾ, ਛੇਤੀ ਕਿਤੇ ਨਵਾਂ ਜੁੜਦਾ ਨਹੀਂ। ਜਿਵੇਂ ਬਾਬਾ ਈਸਰ ਸਿੰਘ ਜੀ ਨੂੰ ਬੇਨਤੀ ਕੀਤੀ ਕਿਸੇ ਨੇ, ਸੰਗਤ ਆਈ, ਕੋਈ ਕਹਿਣ ਲੱਗੇ ਬਾਬਾ ਜੀ ਕੋਈ ਸੰਗਤ ਨਵੇਂ ਆਇਆ ਮਿਲਣ ਵਾਸਤੇ। ਮਹਾਂਪੁਰਖ ਕਹਿੰਦੇ ਵੀ ਨਵੇਂ ਨਹੀਂ ਇੱਥੇ ਆਉਂਦੇ, ਨਵੇਂ ਤਾਂ ਘਰਾਂ 'ਚ ਪਏ ਹੋਣ, ਸਿੱਧੇ ਤਾਂ ਪੁਰਾਣੇ ਤੁਰੇ ਆਉਂਦੇ ਆ ਮੇਰੇ ਨਾਲ। ਇਹ ਤਾਂ ਉਹੀ ਬਾਰ-ਬਾਰ ਕੇ ਰੂਹਾਂ ਬਦਲ ਬਦਲ ਆਈ ਜਾਂਦੀਆਂ ਨੇ। ਆ ਜਿਹੜੇ ਬੈਠੇ ਆ ਨੇ ਪੁਰਾਣੇ ਆ, ਇਹਨਾਂ 'ਚ ਨਵਾਂ ਕੋਈ ਨਹੀਂ ਹੈ।
ਨਵੇਂ ਨਹੀਂ ਆਉਂਦੇ, ਨਵੇਂ ਤਾਂ ਡੀਜੇ ਡੂਜੇ ਤੇ ਕਿਤੇ ਬੈਠੇ ਹੋਣੇ ਆ, ਗਾਣੇ ਲਾ ਕੇ ਟੀਵੀ ਮੂਹਰੇ, ਉਹ ਤਾਂ ਇਸ ਪਾਸੇ ਮੂੰਹ ਹੀ ਨਹੀਂ ਕਰਦੇ, ਇਹ ਤਾਂ ਪੁਰਾਣੇ ਹੀ ਤੁਰੇ ਆਉਂਦੇ ਆ, ਮੂੰਹਾਂ ਕੋਈ ਉਹ ਆਉਂਦੇ ਆ ਇੱਥੇ। ਇਹ ਜਵਾਬ ਬਾਬਾ ਈਸਰ ਸਿੰਘ ਮਹਾਰਾਜ ਨੇ ਦਿੱਤਾ। ਇਸੇ ਤਰ੍ਹਾਂ ਜਿਹੜੇ ਇਹ ਲੱਖੀ ਸਾਹਿਬ ਬੰਜਾਰਾ ਹੈ, ਇਹਦੀ ਬੀਬੀ ਸੀ ਤੋਂ ਉਹ ਭਾਈ ਮਣੀ ਸਿੰਘ ਨੂੰ ਵਿਆਹੀ ਹੋਈ ਹੈ, ਜਿਹਨੇ ਬੰਦ ਕਟਵਾਇਆ। ਇਹ ਇਹੋ ਜਿਹੇ ਪਰਿਵਾਰ ਸੀ। ਉਹਦਾ ਇੱਕ ਪੁੱਤਰ ਸੀ ਭਾਈ ਨਗਾਈਆ। ਭਾਈ ਨਗਾਈਆ ਨੇ ਸੇਵਾ ਕੀ ਕੀਤੀ ਹੈ, ਜਦੋਂ ਗੁਰੂ ਸਾਹਿਬ ਉੱਚ ਦਾ ਪੀਰ ਬਣ ਕੇ ਗਏ ਆ, ਕਿਸੇ ਨੇ ਆਪਣੇ ਘਰੇ ਨਹੀਂ ਰੱਖਿਆ, ਕਿਸੇ ਨੇ ਘੋੜੀ ਨਹੀਂ ਦਿੱਤੀ। ਭਾਈ ਨਗਾਈਆ ਵੀ ਫਿਰ ਹੁਣ ਵਪਾਰੀ ਦਾ ਪੁੱਤਰ ਸੀ, ਉਹ ਘੋੜਿਆਂ ਦਾ ਵਪਾਰ ਕਰਦਾ। ਇਹ ਆਲਮਗੀਰ ਮਿਲਿਆ ਸੀ ਮਹਾਰਾਜ ਨੂੰ ਲੁਧਿਆਣੇ ਦੇ ਕੋਲੇ, ਇਹਨੇ ਆਪਣਾ ਬਹੁਤ ਸੋਹਣਾ ਘੋੜਾ ਦਿੱਤਾ। ਮਹਾਰਾਜ ਤੁਸੀਂ ਆ ਘੋੜੇ ਤੇ ਜਾਓ, ਤੁਸੀਂ ਤੁਰਦੇ ਚੰਗੇ ਨਹੀਂ ਲੱਗਦੇ, ਤੁਸੀਂ ਸ਼ਹਿਨशाह ਵੱਡੇ ਪੈਦਲ ਜਾ ਰਹੇ ਹੋ, ਆ ਮੇਰੇ ਕੋਲ ਇੱਕ ਘੋੜਾ ਲਓ। ਉਹ ਵੀ ਲੱਖੀ ਸ਼ਾਹ ਦਾ ਪੁੱਤਰ। ਇਹ ਪਰਿਵਾਰ ਭਾਵ ਐਡੇ ਜੁੜੇ ਹੋਏ ਆ। ਇਹ ਵੀ ਕਹਿ ਦਈਏ ਨਾ ਵੀ ਜਿਵੇਂ ਅੱਜ ਦੇ ਕਹਿੰਦੇ ਆ ਡਾਣੀ ਬਾਨੀ, ਉਦੋਂ ਦੇ ਡਾਣੀ ਬਾਨੀ ਦਿੱਲੀ ਦੇ ਇਹ ਦੋਨੋਂ ਸੀ, ਪਰ ਸੀਗੇ ਗੁਰੂ ਦੀ ਮੱਤ ਵਾਲੇ। ਇਹਨਾਂ ਦੀ ਮੱਤ ਖਰਾਬ ਨਹੀਂ ਸੀ, ਮੱਤ ਚੱਲੀ ਸੀ। ਇਸੇ ਕਰਕੇ ਮੱਖਣ ਸ਼ਾਹ ਜਿਹੜਾ ਹੈ ਸਾਧ ਸੰਗਤ ਜੀ, ਉਹ ਜਹਾਜ਼ਾਂ ਵਿੱਚ ਕੰਮ ਕਰਦਾ। ਉਹ ਸਮਾਨ ਭਰ ਕੇ ਜੇਕਰ ਆਉਂਦਾ ਵੀ ਸੂਰਤਗੜ੍ਹ ਦੀ ਬੰਦਰਗਾਹ ਦੇ ਨੇੜੇ ਉਹਦਾ ਜਹਾਜ਼ ਪਾਣੀ ਵਿੱਚ ਇੱਕ ਜਗ੍ਹਾ ਬਰੇਤੀ ਆ ਜਾਂਦੀ ਹੈ, ਉੱਥੇ ਫਸ ਜਾਂਦਾ। ਕਿਉਂਕਿ ਉਦੋਂ ਵਾਲੇ ਜਹਾਜ਼ ਜ਼ਿਆਦਾਤਰ ਹਵਾ ਦੇ ਦਬਾਅ ਨਾਲ ਚੱਲਦੇ ਸੀ, ਉੱਪਰ ਲੱਗੇ ਹੁੰਦੇ ਸੀ ਵੱਡੇ ਵੱਡੇ ਕੱਪੜੇ ਜੇ, ਉਹ ਹਵਾ ਨਾਲ ਹੀ ਧੱਕਾ ਲੱਗਦਾ ਸੀ ਤੇ ਚੱਲਦੇ ਹੁੰਦੇ ਸੀ। ਉਹ ਇੱਕ ਜਗ੍ਹਾ ਤੇ ਆ ਕੇ ਉਹਦਾ ਜਹਾਜ਼ ਫਸ ਜਾਂਦਾ ਹੈ ਤੇ ਉਹਦੇ ਜਿੰਨੇ ਕਰਮਚਾਰੀ ਆ ਕੰਮ ਕਰਨ ਵਾਲੇ ਸਾਰਿਆਂ ਨੇ ਜ਼ੋਰ ਲਾ ਲਿਆ। ਸਾਰੇ ਆ ਕੇ ਮੱਖਣ ਸਾਹਿਬ ਨੂੰ ਆ ਕੇ ਕਹਿੰਦੇ ਆ, ਬੌਸ ਨੂੰ ਆਪਣੇ ਨੂੰ, ਬਈ ਇਹ ਮੱਖਣ ਸਾਹਿਬ ਜੀ ਕੰਮ ਤੇ ਖਰਾਬ ਹੋ ਗਿਆ, ਜਹਾਜ਼ ਫਸ ਗਿਆ, ਇੱਥੋਂ ਨਿਕਲਣ ਦੀ ਕੋਈ ਆਸ ਨਹੀਂ ਹੈ। ਕਹਿੰਦੇ ਅਸੀਂ ਆਪਣਾ ਜ਼ੋਰ ਲਾ ਕੇ ਵੇਖਦੇ ਆ, ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ, ਜਹਾਜ਼ ਨਹੀਂ ਨਿਕਲ ਸਕਦਾ। ਜਿਉਂ ਆਪਾਂ ਜ਼ੋਰ ਲਵਾਉਣੇ ਆ, ਹੋਰ ਵਿੱਚ ਧੱਸਦਾ ਜਾਂਦਾ ਹੈ ਕਿ ਜੇ ਇਹ ਇੱਥੇ ਫਸ ਗਿਆ, ਨਾ ਆਪਾਂ ਨਿਕਲ ਸਕਾਂਗੇ, ਨਾ ਜਹਾਜ਼ ਨੇ ਨਿਕਲਣਾ। ਇਸ ਕਰਕੇ ਇਹਨੂੰ ਬਚਾਉਣ ਵਾਲਾ ਹੁਣ ਕੋਈ ਨਹੀਂ ਹੈ। ਤੇ ਉਦੋਂ ਫਿਰ ਮੱਖਣ ਸਾਹਿਬ ਨੇ ਕਿਹਾ ਸੀ ਵੀ ਇੱਕ ਜਗ੍ਹਾ ਹੈ ਬਚਾਉਣ ਵਾਲੀ, ਵੀ ਜਦੋਂ ਸਾਰੇ ਆਸਰੇ ਟੁੱਟ ਜਾਂਦੇ ਆ ਨਾ, ਉਦੋਂ ਇੱਕ ਦੁਆਰਾ ਹੈ। ਹੁਣ ਕਹਿੰਦੇ ਉਹਦਾ ਭਰੋਸਾ ਰੱਖਣਾ ਪੈਣਾ ਗਾ। ਉਹਦੇ ਲਈ ਕੀ ਬਾਣੀ ਵਿੱਚ ਰੱਖਿਆ ਹੈ, ਮਹਾਰਾਜ ਕਹਿੰਦੇ ਨੇ ਉਹਦੇ ਭਰੋਸੇ ਤੇ ਫਿਰ ਡੋਰੀਆਂ ਛੱਟਦੇ, ਜਦੋਂ ਉਹਦੇ ਭਰੋਸੇ ਤੇ ਆ ਕੇ ਡਿੱਗ ਪਵੇਗਾ ਤੇ ਫਿਰ ਆਪਣੇ ਆਪ ਹੀ ਤੈਨੂੰ ਦੁੱਖਾਂ ਦੇ ਵਿੱਚੋਂ ਆ ਕੇ ਕੱਢ ਲਵੇਗਾ। ਆਓ ਸਾਡੇ ਮਿਲ ਕੇ ਜਪੀਏ। ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਦੀਨ
वो दर कौन है। उस टाइम मक्खण शाह नूं इन्ना पता है कि गुरु 8वें पातशाह शरीर का चोला त्यागे, पर यह नहीं पता अगे गुरु कौन आ, वो कित्थे है। कहते उन्हें कहा भी हुण एक आसरा है, वो किहड़ा आसरा है। कहते भाई मक्खण शाह ने अपने हथ पैर सुच्चे कीते ते चौंकड़ा मार के आपदे बेड़े दे विच बह गया, विचकार होके सारिਆਂ ਨੂੰ कहा भी मेरे आले दुआले बैठ जाओ। सारे बैठ गए ते उदों फिर जपजी साहिब का पाठ शुरू किया। ये एवें नहीं आसा पूरियां होंदियां साध संगत भी आप आ गए तो डाला टेकता महाराज आ भी दे दे, वो भी दे दे। साध संगत कुछ अपने पल्लियों कुछ कर, कुछ जप, कुछ कोई तप कर, ते ओह अपना जप तप गुरु नूं दे, उहदे बट्टे तैनूं कुछ देवेगा। माया का भुखा तो है ही नहीं, वो माया तो उहदे चरणों की दासी आ, मगर मगर फिरदी है। इस करके कहते हो मक्खण शाह लुबाना चौंकड़ा मार के अखां बंद कर लिया ते जपजी साहिब का पाठ शुरू कर दिता। पौड़ियां पढ़दा 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 जदों अखीर पौड़ियां पढ़ के श्लोक पे आ जाता है, पवन गुरु पानी पीता सारा कह के कहता है जिन्नी नाम ते आया गए मसकत घाल नानक ते मुख उजले केती सुस्ती नाल। ये पौड़ी श्लोक पढ़ के फिर खड़ा हो के नेत्र बंद करके ध्यान कर लेंदा गुरु नानक पातशाह के चरणों का कि ये सच्चे पातशाह तेरी नौवीं जोत का मैं वेखी नहीं, दर्शन नहीं किते, वो कौन ने कित्थे है कुछ नहीं पता, पर सतगुरु नानक पास तेरे तो मैं बारे सुनिया है। 8वें पातशाह के दर्शन किए, उन्हों का ध्यान मन में धारण करके अरदास करता है, तो अरदास करता अपने मुख चों पढ़ता है सतगुरु आके साडी भी बेड़ी नूं पार ला जा, पत्थरां नूं तारन वालिया। आके साडी भी बेड़ी नूं पार ला जा, पत्थरां नूं तारन वालिया। आके साडी भी कर रहे हैं ते बाणी दियां पंक्तियां पढ़ पढ़ के अरदास करदा है। अपने सेवक की आपे रखै, आपे नाम जपावै, जह जह काज किरत सेवक की, तहां तहां पुटतावै। जिथे जिथे भी किसी सेवक का काज है, किरत है,
क्योंकि किरत जिहड़ी है ना ये बड़ी जरूरी है भी बंदिया तेरी किरत किहो जी है। गुरु नानक पातशाह के 3 उपदेश ने भी नाम जपो, वंड सको ते किरत करो। किरत जिहड़ी है बड़ी एक महत्वपूर्ण चीज़ है भी तेरी किरत किहो जी है। किरत कहते काम भी जिहड़ा तू काम करदा है वो काम किहो जिहा है भी की अरदास ते तू करदा है ते गुरु अगे अरदास करदा तेरी पिछे किरत की है। जिमें कोई अरदास करवाउंदा है कि भी मेरे चढ़दी कला हो जाए, मेरी चढ़दी कला हो जाए, तो काम की है? काम है कि जो पूछा भी तेरा काम की है, काम आ जिहड़ा साध संगत जी केस मुंनदे दाड़ियां केस मुन्नण वाले भी हुण रब नूं आके कहंदा मेरी काम की चढ़दी कला होवे। चढ़दी कला तो ही होगा जो लोग दाड़ियां मनाउणगे, जे केस मनाउणगे। हुण दसो फिर इहो जी अरदास गुरु किवें पूरी करेगा? गुरु तो कहता है बिना केस सातन नरन भेड़ जानन भी यह मनुख तो भेड़ वर्गा है केसां तो बिना। तो असीं उहदे अगे अरदास करवाउणी आ 11 डाले दे के कहंदे भी अरदास करदे मेरा कारोबार वध जे। हुण की गुरु कारोबार वधा देगा तेरा? कि गुरु इजाजत देगा भी तू जाके दाड़ियां कट? कि गुरु कहेगा तू केस मना? इहो जिहियां अरदासां गुरु वेखदा तेरी किरत किहो जी है। महापुरखा तो सुनते होंगे सी एक बंदा आके ज्ञानी तो अरदास करवाता, ज्ञानी जी अरदास कर दो काम कारोबार चढ़ता कला च हो जाए। करवाता रहा फिर आके कारोबार चढ़ता कला च हो जाए, मैं होर लंगर लाऊंगा, बड़े लंगर लाउंदा, बड़ी सेवा करता। एक दिन उन्हें पुछ लिया ज्ञानी ने भी दस दे तेरा कारोबार की है? कह लग्या भी मेरा लकड़ा का काम आ। कहना भी वाह कोई बड़ा आरा उरा लग्या होना, लकड़ा कोई सपोर्ट करता होना, इतों तो भेज देना। कहना नहीं। कहते फिर की कारोबार है? कहना मैं मड़ियां च लकड़ा बेचना। हम मड़ियां च लकड़ा बेचणगियां तां जो उत्ते बंदे मरनगे फिर ही कारोबार चलूगा ना। हुण जे अरदास करो सतगुरु मेरा कारोबार चढ़दी कला च होए, मेरे लकड़ा बेचना, लकड़ा तां विकणगियां जे लोग मरनगे भी दस तूं अरदास दे विच किसी दा भला मंगना। इस करके कहंदे जह जह काज किरत सेवक तेरी किरत किहो जी गुरु पहला वेखदा। एवें ना कह जा कर मेरी तो अरदास सुनी, पहला देख तेरी किरत किहो जी है। जिहड़ी किरत नाल तूं लंगर लाया तेरी किरत किहो जी है? किसी का हक तो नहीं मार के आया, किसी का गल वड्ढ के तो नहीं गुरु नूं आके चढ़ावा दिता। ये किरत वेख तां मक्खण शाह ने कहा सतगुरु जी क्योंकि वो परिवार गुरु नाल जुड़े, उन्होंने किरत है सच्ची सुच्ची किरत। एक है ना दसां नौहां की किरत, दसां नौहां की किरत चोर भी करता, चोर भी दसां नौहां नाल चोरी करता। दसां नौहां की किरत नहीं चाहिए, धर्म की किरत चाहिए है। जे चोर चोरी करता वो भी तो 10 ਉਂਗਲਾਂ ਵਰਤ करता, वो बड़ा ਪੰਜਾਂ ਨਾਲ करता वो भी 10 ਉਂਗਲਾਂ ਵਰਤਦਾ है। इस करके दसां नौहां की किरत नहीं, धर्म की किरत गुरु नूं मंजूर है। इहो मक्खण साहब बेनती करता है तो बाणी विच आउंदा है, सच्चे पातशाह बाणी विच आउंदा है भी लोभ लहर अत नीजर बाजै काया डूबे केसवा संसार समुंदे तार मुंदे तार लै बाप बीठला। है सतगुरु आ दुनिया भी एक समुंदर असीं इहदे विच डुबदे जांदे आ। तार लै बाप बीठला अगे कह मेरी बाह फड़ बाप बीठला। सतगुरु मेरी बाह फड़ ला डुबदे होए, क्योंकि जे असीं बाह फड़ी तो फिर छड्ड देवांगे, तूं साडी बाह फड़ लै क्योंकि असीं आ समुंदर दे विच दुनिया विच डुबदे जा रहे हां। अगन सागर बूढ़त संसारा, ये अगनी का सागर भी दस्सिआ कि दुनिया जिहड़ी है समुंदर है, कि विच संसार डुबदा जा नानक बाहां पकड़। सतगुर निस्तारा महाराज कहते गुरु नूं कहे सतगुरु मेरी बाह फड़ लै, मैनूं इत्थों कढ दे, क्योंकि जे तूं बाह ना फड़ी आप हुणे पाठ सुन के हटे हैं ना जो सुख रह रादा आउंदा है उहदे विच आउंदे है भी पंकज मोह पग नहीं चालै। भी बंदा इहो जिहदे विच फस चुकिया है, जिवें चिक्कड़ विच कोई फसिया होवे ना दलदल दे विच, उदां पानी विच होवे बंदा तैर के निकल जू, पर दलदल दे विचों फसिया बंदा निकल नहीं सकदा। कोई डंगर फस जे ना दलदल में जिन्ना हिलदा उन्ना विच ही धुसदा जांदा, वो बाहर नहीं निकल सकदा। तां महाराज कहंदे पंकज मोह पग नहीं चालै। कहंदे क्यों असीं दलदल दे विच फस गए हां सतगुरु, साडे वल पैर नहीं चलदे। ਇੱਥੇ ਉੱਪਰੋਂ ਫੜ ਕੇ ਕੋਈ ਖਿੱਚ ਲਵੇ ਤੇ ਖਿੱਚ ਸਕਦਾ, ਪਰ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਨਿਕਲਦੀ ਅਸੀਂ ਇਹਦੇ ਵਿੱਚ ਡੁੱਬਦੇ ਹੀ ਜਾਂਦੇ ਹਾਂ। ਹਮ ਦੇਖਾ ਤਾਂ ਡੁੱਬੀ ਵਾਲੇ ਮਾਰੇ ਕਹਿੰਦੇ ਮੈਂ ਅੱਖਾਂ ਨਾਲ ਵੇਖਿਆ ਦੁਨੀਆ ਇਹ ਦਲਦਲ ਦੇ ਵਿੱਚ ਡੁੱਬਦੀ ਜਾਂਦੀ ਹੈ। ਸਤਿਗੁਰੂ ਕਿਰਪਾ ਕਰੇ ਤਾਂ ਹੀ ਕੋਈ ਬਚ ਸਕਦਾ, ਨਹੀਂ ਤੇ ਮਹਾਰਾਜ ਕਹਿੰਦੇ ਮੈਂ ਅੱਖਾਂ ਨਾਲ ਵੇਖ ਲਿਆ
ਇਹ ਸਾਰੀ ਦੁਨੀਆ ਮੋਹ ਦੇ ਸਮੁੰਦਰ ਵਿੱਚ, ਮੋਹ ਦੇ ਚੱਕਰਾਂ ਵਿੱਚ ਡੁੱਬਦੀ ਜਾ ਰਹੀ ਹੈ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ बेड़े विच खड़ के अरदासां करदा सतगुरु ਇਹਦੇ ਵਿੱਚੋਂ ਬਚਣਾ ਬਹੁਤ ਔਖਾ। ਜੇ ਤੇਰੀ ਕਿਰਪਾ ਹੋ ਜਾਵੇ, ਤੇਰੀ ਮਿਹਰ ਹੋ ਜਾਵੇ ਤੇ ਤੂੰ ਡੁੱਬਦੇ ਹੋਏ ਬੇੜੇ ਨੂੰ ਪਾਰ ਲਾ ਸਕਦਾ। ਤੇਰੇ ਵਿੱਚ ਸਮਰੱਥਾ ਹੈ। ਤੂੰ ਪਹਿਲੇ ਰੂਪ ਦੇ ਵਿੱਚ ਗੁਰੂ ਨਾਨਕ ਦੇ ਰੂਪ ਵਿੱਚ ਪੰਜਾ ਲਾ ਕੇ ਪਰਬਤ ਰੋਕ ਦਿੱਤੇ। ਤੇਰੇ ਵਿੱਚ ਤਾਕਤ ਹੈ। ਤੂੰ ਪੱਥਰਾਂ ਨੂੰ ਪਾਣੀ ਉੱਤੇ ਤਾਰ ਸਕਦਾ ਹੈ। ਇਸ ਕਰਕੇ ਸਤਿਗੁਰੂ ਆ ਤਾਂ ਤੇਰੇ ਵਾਸਤੇ ਗੱਲ ਹੀ ਕੋਈ ਨਹੀਂ। ਮੇਰੇ ਡੁੱਬਦੇ ਹੋਏ ਬੇੜੇ ਨੂੰ ਪਾਰ ਲਾ ਦੇ। ਇਉਂ ਜਦੋਂ ਸਰਧਾ ਨਾਲ ਭਾਵਨਾ ਨਾਲ ਅਰਦਾਸ ਕਰਦਾ ਹੈ ਨਾ, ਸਾਧ ਸੰਗਤ ਜੀ, ਦਿਲੋਂ ਕੀਤੀ ਹੋਈ ਅਰਦਾਸ ਗੁਰੂ ਸੁਣਦਾ ਹੈ। ਕਿਸੇ ਕਵੀ ਨੇ ਲਿਖਿਆ, ਕਹਿੰਦੇ ਖੁਦਾ ਕਰਤਾ ਹੈ ਮਨਜ਼ੂਰ जो अरदास दिल से होती है, मुश्किल तो यही है कि ये बड़ी मुश्किल से होती है। कहते खुदा वो परमात्मा अरदास सुनता है जे दिलों करे, पर यही बड़ी अड़चना कि दिलों होती परतावा जी तो करते भी खवा के वेख लीए शायद हो जाए। तो एक होंगे साध संगत जी, जिमें कहते कोई पिंड में मीह नहीं सी पैंदा, सारा पिंड इकट्ठा होकर गुरुद्वारे आ गया कि चलो जाके भाई को अरदास करवाइए। सारे लोग आ गए। उन्होंने एक कहते बजुर्ग सी, कोई माता कहते हाथ में 17 छाता लेके आ गई। तो सारे लोग मगौल कर लें, कहते देखो किड्डी पागल हुई हुई है भी, धुप चढ़ी हुई है, 2 महीने हो गए मीह पे हाथ से सतरी ली करती है। वो कहती बस यही घाट रहेगी, थोड़े विश्वास नहीं, मेरे च विश्वास है कि जो अरदास की नहीं पऊगा मैं तो सतरिया पहले ले लिया। इस करके असी अरदास कराने विश्वास नहीं होंदा। इस करके सानू अरदास में मंगना पैंदा। दान मंगते हैं ना, सिखा नूं सिक्खी दान, केस दान, रहत दान, फिर अगे मंगते ना भरोसा दान भी सतगुरु सानू ये भी दात दे, तेरे ते भरोसा आ जाए। तेनों एक किताब ही ना समझते रहिए, सानू भरोसा आ जाए भी तू सचमुची जोत है। सचमुची जो गुरु कह गया भी प्रगट गुरां की दे करके मान्यो, ये भरोसा आ जाए, ये वसाओ अंदर आ जाए, तेनों असी इस तरह मनीए। तां करके अरदास विच सिख नित मंगदा सिखां नूं भरोसा दान दे, क्योंकि भरोसा नहीं है सानूं काम करवाने, भरोसा नहीं हुंदा भी पता नहीं होना कि नहीं होना। इस तरह हुण मक्खण साहब नूं भरोसा सी कि मेरा गुरु नानक के चरणों में भरोसा है कि जो मैं अरदास कर दी गुरु पूरी करेगा। कहते उही गल हुंदी है, कहते हवा का रुख बदल जाता है तो हवा जोर नाल आउंदी है तो फसिया होया जहाज झटका बजदा है कि उत्तों बाहर निकलना शुरू हो जाता है। तो फिर महाराज कहते हैं बिरथी कदे ना हो गई
ਜਨ ਕੀ ਅਰਦਾਸ। ਕਹਿੰਦੇ ਜਿਹੜਾ ਜਨ ਬਣ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਦੇਵੇ, ਉਹਦੀ ਕੀਤੀ ਹੋਈ ਅਰਦਾਸ ਕਦੇ ਬਿਰਤੀ ਨਹੀਂ ਜਾਂਦੀ। ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਕੀਤੀ ਅਰਦਾਸ ਜਨਾਂ ਦੀ, ਕੀਤੀ ਅਰਦਾਸ ਜਨਾਂ ਦੀ। ਕੀਤੀ ਅਰਦਾਸ ਜਨਾਂ ਦੀ, ਕੀਤੀ ਅਰਦਾਸ ਜਨਾਂ ਦੀ। ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ। ਕੀਤੀ ਅਰਦਾਸ ਜਨਾਂ ਦੀ, ਕੀਤੀ ਅਰਦਾਸ ਜਨਾਂ ਦੀ। ਕੀਤੀ ਅਰਦਾਸ ਜਨਾਂ ਦੀ, ਕੀਤੀ ਅਰਦਾਸ ਜਨਾਂ ਦੀ। ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ, ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਂ ਦੀ। ਬਿਰਤੀ ਨਾ ਕੀਤੀ ਅਰਦਾਸ ਜਨਾਂ ਦੀ। ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਮਹਾਰਾਜ ਕਹਿੰਦੇ ਜਦੋਂ ਕੋਈ ਜਨ ਬਣ ਕੇ ਅਰਦਾਸ ਕਰਦਾ ਹੈ, ਉਹਦੀ ਅਰਦਾਸ ਗੁਰੂ ਕਦੇ ਵਿਅਰਥ ਨਹੀਂ ਜਾਣ ਦਿੰਦਾ। ਅਰਦਾਸ ਨੂੰ ਭਾਗ ਲੱਗੇ ਉਹਦਾ ਬੇੜਾ ਕਿਨਾਰੇ ਲੱਗ ਗਿਆ। ਦਿੱਲੀ ਪਹੁੰਚ ਜਾਂਦਾ ਹੈ ਬੰਦਰਗਾਹ ਤੇ। ਜਦੋਂ ਆਉਂਦਾ ਹੈ ਆ ਕੇ ਪਤਾ ਲੱਗਦਾ ਹੈ ਵੀ 8ਵੇਂ ਪਾਤਸ਼ਾਹ ਮਹਾਰਾਜ ਤੇ ਇੱਥੇ ਸਰੀਰ ਦਿੱਲੀ ਵਿੱਚ ਹੀ ਤਿਆਗ ਗਏ ਆ, ਤੇ ਅੱਗੇ ਇਹ ਸੰਦੇਸ਼ ਦੇ ਗਿਆ ਕਿ ਬਾਬਾ ਵਸੇ ਗ੍ਰਾਮ ਬਕਾਲੇ, ਕਿ ਜਿਹੜੀ ਅਗਲੀ ਜੋਤ ਹੈ ਉਹ ਬਕਾਲੇ ਵਿੱਚ ਹੈ। ਹੁਣ ਸਾਧ ਸੰਗ ਉਦੋਂ ਫਿਰ ਮੱਖਣ ਸਾਲਵਾਣਾ ਆਪਣੇ ਨਾਲ 500 ਸਿਪਾਹੀ ਲੈ ਕੇ, ਐਡਾ ਵੱਡਾ ਉਦੋਂ ਦਾ ਤਾਕਤਵਰ ਬੰਦਾ ਸੀ ਉਹ। ਦਿੱਲੀ ਤੋਂ ਭਟਾਵਾਂ ਲੈ ਕੇ, ਕਿਉਂਕਿ ਉਹਨੇ ਮਨ ਵਿੱਚ ਇਹ ਸੁਖਣਾ ਸੁਖੀ ਸਤਿਗੁਰੂ ਮੈਂ ਆਪਣੇ ਆ ਜਿਹੜਾ ਧਨ ਦੌਲਤ ਦਾ ਦਸਵੰਧ ਕੱਢਾਂਗਾ, ਮੈਂ 500 ਮੋਹਰ ਗੁਰੂ ਘਰ ਵਾਸਤੇ ਕੱਢਾਂਗਾ, ਕਿਰਪਾ ਕਰੋ ਅੱਜ ਮੇਰਾ ਡੁੱਬਦਾ ਬੇੜਾ ਪਾਰ ਲਾ ਦਿਓ। ਫਿਰ ਉਹ ਗੁਰੂ ਦੀ ਭੇਟਾ ਦੇਣ ਵਾਸਤੇ ਮੱਖਣ ਸਾਲਵਾਣਾ ਪੰਜਾਬ ਦੇ ਵਿੱਚ ਆਉਂਦਾ ਹੈ। ਹੁਣ ਪੰਜਾਬ ਦੇ ਵਿੱਚ ਸਾਧ ਸੰਗਤ ਆਪਾਂ ਪਹਿਲਾਂ ਸਰਵਣ ਕਰ ਲਿਆ ਵੀ 22 ਨਕਲੀ ਗੁਰੂ ਪਹਿਲਾਂ ਹੀ ਬਣੇ ਬੈਠੇ ਹੈ। ਉਹ ਜਿਹਨੂੰ ਪਤਾ ਲੱਗਦਾ ਨਾ ਵੀ ਹੁਣ ਬਹੁਤ ਵੱਡਾ ਕੋਈ ਬਿਜ਼ਨਸਮੈਨ ਆ ਰਿਹਾ ਹੈ, ਤੇ ਸਾਰੇ ਆਪੋ ਆਪਣੇ ਏਜੰਟ ਅੱਗੇ ਭੇਜਦੇ ਆ। ਕੋਈ ਕਹਿੰਦਾ ਮੇਰੇ ਡੇਰੇ ਤੇ ਆਵੇ, ਦੂਜਾ ਕਹਿੰਦਾ ਮੇਰੇ ਤੇ ਆਵੇ, ਕਿਉਂਕਿ ਉਹ ਚਾਪਲੂਸੀ ਕਰਦੇ ਆ ਵੀ ਜੇ ਆਵੇਗਾ ਤੇ ਕੁਝ ਦੇ ਕੇ ਜਾਵੇਗਾ, ਝਾੜ ਕੇ ਜਾਊਗਾ, ਐਡਾ ਵੱਡਾ ਬੰਦਾ ਆ ਰਿਹਾ। ਕਹਿੰਦੇ ਇਸੇ ਤਰ੍ਹਾਂ ਜਦੋਂ ਅਨੇਕਾਂ ਲੋਕ ਉਹਦੇ ਕੋਲੇ ਜਾਂਦੇ ਆ, ਕੋਈ ਕਹਿੰਦਾ ਮੱਖਣ ਸਾਹਿਬ ਜੀ ਮੇਰੇ ਗੁਰੂ ਨੇ ਬੜਾ ਯਾਦ ਕੀਤਾ, ਮੇਰਾ ਗੁਰੂ ਬੜਾ ਆਇਆ, ਦੂਜਾ ਕਹਿੰਦਾ ਮੇਰਾ ਗੁਰੂ ਆਇਆ। ਮੱਖਣ ਸਾਹਿਬ ਚੱਕਰਾਂ 'ਚ ਪੈ ਗਿਆ ਵੀ ਮਨਾ ਮੈਂ ਤੇ ਇੱਕ ਗੁਰੂ ਦੀ ਭਾਲ ਕਰਦਾ ਜੀ, ਤੇ ਗੁਰੂ ਹੀ ਬਹੁਤ ਬਣੇ ਬੈਠੇ ਆ, ਹੁਣ ਮੈਂ ਕਿਹੜੇ ਗੁਰੂ ਨੂੰ ਲੱਭਾਂ। ਕਿਉਂਕਿ ਸੰਗਤ ਕੀਤੀ ਸੀ, ਮਨ ਵਿੱਚ ਆ ਗਿਆ ਵੀ ਨਾਰਾਜ਼ ਵੀ ਸਾਰਿਆਂ ਨੂੰ ਨਹੀਂ ਕਰਨਾ, ਔਰ ਪਰਖ ਵੀ ਤਾਂ ਹੀ ਹੋਵੇਗੀ ਜੇ ਇਹਨਾਂ ਦੇ ਡੇਰਿਆਂ ਵਿੱਚ ਜਾ ਕੇ ਵੇਖਾਂਗਾ, ਇਹਨਾਂ ਦੇ ਜਿੱਥੇ ਜਿੱਥੇ ਗੱਦੀਆਂ ਦੇ ਵੇਖਾਂਗਾ। ਮਨ ਵਿੱਚ ਸੋਚ ਲਿਆ ਕਿਸੇ ਨੇ 2 ਮੋਹਰਾਂ ਜਾਂ ਕਿਸੇ ਨੇ 5 ਕਿਹਾ, ਵੀ ਉਹਨੇ ਸੋਚ ਲਿਆ ਕਿ ਮੈਂ 2 ਮੋਹਰਾਂ ਜਾਂ 5 ਮੋਹਰਾਂ ਰੱਖਾਂਗਾ।
ਔਰ ਮੱਥਾ ਟੇਕੀ ਜਾਵਾਂਗਾ। ਜਿਹੜੀ ਅਸਲੀ ਜੋਤ ਹੋਵੇਗੀ ਗੁਰੂ ਨਾਨਕ ਦੀ, ਉਹ ਮੇਰੇ ਤੋਂ ਬੋਲ ਕੇ ਕਹੇਗਾ ਮੱਖਣਾ ਸੁੱਖੀਆਂ ਕਿੰਨੀਆਂ ਸੀ ਰੱਖ ਹੁੰਦੀਆਂ ਇੱਥੇ, ਵੀ ਉਹ ਮੰਗ ਕੇ ਮੇਰੇ ਤੋਂ ਲਵੇਗਾ। ਪਹਿਲੇ ਡੇਰੇ ਤੇ ਜਾਂਦਾ ਹੈ, ਬੜੇ ਸਾਧ ਸੰਗਤ ਲੋਕ ਉਹਦੇ ਹਾਰ ਪਾਉਂਦੇ ਆ, ਕੋਈ ਕਰਦੇ ਆ, ਦੇਖ ਲੈਂਦਾ ਵੀ ਨਕਲੀ ਹੈ ਸਾਰੇ, ਮੋਹਰਾਂ ਲੈ ਲੈਂਦੇ ਆ ਕਿ ਬੜਾ ਚਾਹ ਪਾਣੀ ਛਕਾਉਂਦੇ ਆ, ਗਾਂਹ ਵਾਲੇ ਡੇਰੇ ਤੇ ਚਲਾ ਜਾਂਦਾ। ਕਰਦਾ ਕਰਦਾ ਸਾਧ ਸੰਗਤ ਸਵੇਰ ਤੋਂ ਸ਼ਾਮ ਤੱਕ ਸਾਰੇ 22 ਦੇ 22 ਡੇਰਿਆਂ 'ਚ ਚਲਾ ਗਿਆ, ਕਿਸੇ ਨੇ ਮੰਗ ਕੇ ਮੋਹਰਾਂ ਨਹੀਂ ਲਿਆ। ਫਿਰ ਬੜਾ ਉਦਾਸ ਹੋ ਗਿਆ ਮੱਖਣ ਸਾਹਿਬ ਬਣਾ, ਕਹਿਣ ਲੱਗਿਆ ਵੀ ਮੈਂ 22 ਦੇ 22 ਪਰਖ ਲਏ, ਇੱਕ ਵੀ ਬੰਦੇ ਨੇ ਮੇਰੇ ਤੋਂ ਮੰਗ ਕੇ ਨਹੀਂ ਲਈਆਂ, ਇਹਦਾ ਮਤਲਬ ਇਹਨਾਂ ਵਿੱਚ ਕੋਈ ਵੀ ਅਸਰ ਨਹੀਂ। ਬੜੀ ਚਿੰਤਾ ਦੇ ਵਿੱਚ ਹੋ ਗਿਆ। ਡੇਰਾ ਲਾ ਕੇ ਬਾਹਰ ਤੰਬੂਰ ਜਿਵੇਂ ਕਹਿੰਦੇ ਡੇਰਾ ਲਾ ਕੇ ਬੈਠਾ ਜੀ, ਡੇਰੇ ਵਿੱਚ ਚਲਾ ਗਿਆ। ਫਿਰ ਪਿੰਡ ਦੇ ਲੋਕਾਂ ਨੂੰ ਪੁੱਛਦਾ ਹੈ ਵੀ ਇਹਨਾਂ ਬਾਈਆਂ ਤੋਂ ਬਿਨਾਂ ਕੋਈ ਹੋਰ ਵੀ ਪਿੰਡ ਵਿੱਚ ਹੈ, ਇਸ ਇਲਾਕੇ ਦੇ ਵਿੱਚ ਹੈ ਕੋਈ? ਕਿਸੇ ਨੇ ਦੱਸਿਆ ਗੁਰੂ ਸਾਹਿਬ ਨੂੰ ਲੋਕ ਕਹਿੰਦੇ ਆ ਕਿ ਕਹਿੰਦੇ ਤੇਗਾ ਕਮਲਾ, ਇਹ ਕਹਿੰਦੇ ਆ ਕਿਉਂਕਿ ਬਾਣੀ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਆਪ ਹੀ ਕਹਿੰਦੇ ਆ, ਕਹਿੰਦੇ ਦੁਨੀਆ ਦੀ ਜਿਹੜੀ ਸੋਚਣ ਦੀ ਸ਼ਕਤੀ ਹੈ ਨਾ ਬੜੀ ਕਮਜ਼ੋਰ ਹੈ। ਕੋਈ ਨਾਮ ਜਪਣ ਲੱਗ ਜੇ ਨਾ, ਇਸ ਪਾਸੇ ਲੱਗ ਜੇ, ਦੂਜੇ ਧਰਮ ਕਿਉਂ ਵੱਧ ਗਏ ਆ? ਸਾਧ ਸੰਗਤ ਇੰਡੀਆ ਵਿੱਚ ਵੇਖਿਆ ਵੀ ਕੋਈ ਬਿਆਸ ਵਾਲਿਆਂ ਦਾ ਚੇਲਾ ਬਣ ਜੇ ਇੱਕ, ਉਹ ਜਿੰਨਾ ਚਿਰ ਦਸਾਂ ਨੂੰ ਹੋਰ ਨਹੀਂ ਜੋੜਦਾ ਉਹ ਨੀਂਦ ਨਹੀਂ ਆਉਂਦੀ ਘਰੇ ਜਾ ਕੇ। ਤੇ ਸਾਡੇ ਜੇ ਇੱਕ ਕੋਈ ਆਉਣ ਲੱਗ ਜੇ ਕਹਿਣਗੇ ਬੜਾ ਹੁਣ ਜਾਣ ਲੱਗ ਗਿਆ, ਪਤਾ ਨਹੀਂ ਉਹਨੂੰ ਕੋਈ ਮਾਰਦਾ ਹੋਣਾ ਉੱਥੇ ਜਾ ਕੇ, ਵੀ ਜਾਂ ਕੋਈ ਅੱਗੇ ਚੱਲ ਚੜੂਗਾ। ਵੀ ਜੇ ਕੋਈ ਜਾਣ ਲੱਗ ਕੇ ਉਹਨੂੰ ਰੋਕ ਲੈਂਦੇ ਆ, ਉਹ ਲੋਕ ਲੈ ਕੇ ਆਉਂਦੇ ਆ, ਜਿਸ ਕਰਕੇ ਅਸੀਂ ਵਾਧਾ ਕਰ ਹੀ ਨਹੀਂ ਸਕਦੇ। ਕੋਈ ਮੂਹਰੇ ਲੱਗਦੇ ਅਸੀਂ ਉਹਦੇ ਖਿੱਚਣ ਲੱਗ ਜਾਂਦੇ ਆ ਵੀ ਮੂਹਰੇ ਲੱਗ ਗਿਆ, ਕੋਈ ਖਾਣ ਨੂੰ ਫਿਰਦਾ ਹੋਣਾ। ਕੋਈ ਜਾਂਦਾ ਨਹੀਂ ਸੀ, ਕਹਿਣਗੇ 900 ਜੂਆ ਕਰਕੇ ਬਿਜਲੀ ਹੱਜ ਨੂੰ ਚੱਲੀ ਜਾਂ, ਕਹਾਵਤ ਬਹੁਤ ਮਸ਼ਹੂਰ ਆ ਵੀ ਠੀਕ ਆ ਵੀ ਉਹ ਤਾਂ ਹੱਜ ਨੂੰ ਫਿਰ ਵੀ ਜਾ ਵੜਿਆ, ਤੂੰ ਜਾਂਦਾ ਹੀ ਨਹੀਂ, ਉਹਦੇ ਮਗਰ ਲੱਗ ਜਾ। ਇਹੋ ਜਿਹੀਆਂ ਗੱਲਾਂ ਨੇ ਸਾਨੂੰ ਦੂਰ ਕਰਤਾ ਵੀ ਕੋਈ ਪਾਠ ਕਰਨ ਲੱਗ ਜੇ ਤਾਂ ਬੜਾ ਗਿਆਨੀ ਬਣ ਗਿਆ, ਤਾਂ ਅੱਜ ਕੱਲ੍ਹ ਬੜੀ ਗਿਆਨਨ ਬਣੀ ਹੋਈ ਹੈ, ਪਾਠ ਬੜਾ ਕਰ। ਇਹੋ ਜਿਹੀਆਂ ਗੱਲਾਂ ਨੇ ਨਾ ਸਾਨੂੰ ਤੋੜਤਾ ਵੀ ਸਾਨੂੰ ਸ਼ਰਮ ਹੀ ਆਉਂਦੀ ਹੈ ਵੀ ਗੁਰੂ ਘਰ ਜਾਣ ਨੂੰ, ਪਾਠ ਕਰਨ ਨੂੰ, ਨਿਤਨੇਮ ਕਿਉਂ ਕਰੀਏ, ਵੀ ਲੋਕ ਕੀ ਕਹਿਣਗੇ। ਲੋਕ ਲੱਜਿਆਂ ਨੇ ਸਾਨੂੰ ਰੋਕ ਕੇ ਰੱਖ ਦਿੱਤਾ ਤੇ ਦੂਜੇ ਧਰਮ ਇਸੇ ਕਰਕੇ ਵੱਧਦੇ ਜਾਂਦੇ ਆ। ਉਹ ਇੱਕ ਬੰਦਾ ਜੁੜ ਜੇ, ਜਿੰਨਾ ਚਿਰ ਦਸਾਂ ਨੂੰ ਹੋਰ ਨਹੀਂ ਨਾ ਜੋੜਦਾ ਉਹਨਾਂ ਚਿਰ ਉਹ ਘਰੇ ਜਾ ਕੇ ਰੋਟੀ ਚੰਗੀ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ ਵੀ ਮੈਂ ਹੋਰ ਦੱਸ ਕਿਉਂ ਨਹੀਂ ਜੁੜੇ ਆਪਣੇ ਗੁਰੂ ਨਾਲ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਗੱਲ ਚੱਲ ਰਹੀ ਹੈ ਵੀ ਉੱਥੇ ਨਗਰੀ ਅਨੇਕਾਂ ਨੇ ਤੇ ਉਹ ਸੋਚ ਰਿਹਾ ਹੁਣ ਵੀ ਹੋਰ ਕੋਈ ਇਹੋ ਜਿਹਾ ਮਿਲੇ ਜਿਹੜਾ ਹੋਵੇ। ਤੇ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਇੱਕ ਹੈ, ਉਹਨੂੰ ਲੋਕ ਕਹਿੰਦੇ ਆ ਕਿ ਤੇਗਾ ਕਮਲਾ, ਕਿਉਂਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਕਮਲਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਵੀ ਲੋਕਾਂ ਨੇ ਬਖਸ਼ਿਆ। ਕਹਿੰਦੇ ਕੋਈ ਆਖੇ ਭੂਤਣਾ, ਮਹਾਰਾਜ ਦੀ ਬਾਣੀ ਆਪਣੀਆਂ ਗੁਰੂ ਨਾਨਕ ਪਾਤਸ਼ਾਹ ਦੀ, ਕਹਿੰਦੇ ਕੋਈ ਤਾਂ ਕਹਿੰਦੇ ਵੀ ਭੂਤ ਆ, ਦਿਨ ਰਾਤ ਤੁਰੇ ਹੀ ਫਿਰਦਾ, ਸੌਂਦਾ ਨਹੀਂ, ਖਾਂਦਾ ਨਹੀਂ, ਪਤਾ ਨਹੀਂ। ਕੋਈ ਆਖੇ ਭੂਤਣਾ, ਉਹ ਕਹੇ ਬੇਤਾਲਾ। ਬੇਤਾਲਾ ਹੁੰਦਾ ਵੀ ਮੈਂ ਇੱਧਰ ਨੂੰ ਜਾ ਰਿਹਾ, ਜੋੜੀ ਵਾਲਾ ਇੱਧਰ ਨੂੰ, ਵੀ ਸਾਡਾ ਤਾਲ ਹੀ ਨਹੀਂ ਮਿਲਦਾ ਉਸ ਵਿੱਚ, ਵੀ ਲੋਕ ਸੱਜੇ ਪਾਸੇ ਜਾਂਦੇ ਆ, ਪੁੱਠੇ ਪਾਸੇ ਨੂੰ ਜਾ ਰਿਹਾ, ਬੇਤਾਲਾ। ਕੋਈ ਆਖੇ ਭੂਤਨਾ, ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਕਹਿੰਦੇ ਵਿਚਾਰਾ ਝੱਲਾ ਜਿਹਾ, ਇਹਨੂੰ ਪਤਾ ਨਹੀਂ ਦੁਨੀਆਦਾਰੀ ਦਾ, ਅਸੀਂ ਜੁਗਲਾਂ ਵੇਲੇ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਦੁਨੀਆ ਦੀ ਨਿਗਾਹ ਇਹੋ ਜਿਹੀ ਹੈ ਪਹਿਚਾਨਣ ਦੀ, ਇਹ ਨਾਮ ਜਪਣ ਵਾਲਿਆਂ ਨੂੰ ਕਹਿਣ ਲੱਗਿਆ ਵੀ ਤਾਂ ਕਮਲੇ ਆ। ਕਹਿੰਦੇ ਇੱਕ ਹੈ ਤੇਗਾ ਕਮਲਾ ਭੂਰੇ ਵਿੱਚ ਬੈਠਾ, ਉਹ ਕਹਿੰਦਾ ਫਿਰ ਮੈਨੂੰ ਉਸੇ ਦੇ ਦਰਸ਼ਨ ਕਰਾਓ, ਮੈਂ ਉਸੇ ਨੂੰ ਮਿਲਣਾ ਹੈ। ਕਹਿੰਦੇ ਵੀ ਉਹ ਸ਼ਾਮ ਨਿਕਲ ਜਾਂਦੀ ਹੈ, ਸਵੇਰ ਹੁੰਦਿਆਂ ਸਾਰੀ ਮੱਖਣ ਸਾਹਿਬ ਸਵੇਰੇ ਫਿਰ ਉੱਠਦਾ, ਆਪਣੇ ਸਿਪਾਹੀਆਂ ਨੂੰ ਲੈ ਕੇ ਉਹ ਦੱਸੀ ਹੋਈ ਥਾਂ 'ਤੇ ਜਿੱਥੇ ਗੁਰੂ ਤੇਗ ਬਹਾਦਰ ਬੈਠੇ ਨੇ ਉੱਥੇ ਜਾਂਦਾ ਹੈ। ਉੱਥੇ ਸਤਿਗੁਰਾਂ ਦੇ ਅੱਗੇ ਭਾਈ ਗੜੀਆ ਜੀ ਇੱਕ ਸਿੱਖ ਆ, ਜਿਹੜੇ 5ਵੇਂ ਪਾਤਸ਼ਾਹ ਵੇਲੇ ਤੋਂ ਬਹੁਤ ਸੇਵਾ ਕਰਦੇ ਆ, ਉਹ ਬੈਠਾ ਹੋਇਆ। ਉਹਨੂੰ ਜਾ ਕੇ ਮੱਖਣ ਸਾਹਿਬ ਮਿਲਦਾ ਹੈ ਵੀ ਅਸੀਂ ਜਿਹੜੇ ਅੰਦਰ ਬਈ ਮਹਾਤਮਾ ਬੈਠੇ ਆ ਉਹਨੂੰ ਪਤਾ ਤਾਂ ਹੈ ਨਹੀਂ ਅਜੇ, ਕਿਉਂਕਿ ਉਹਦਾ ਪਰਖ ਕਰਦਾ ਹੈ ਵੀ ਅਸਲੀ ਗੁਰੂ ਹੈ ਕਿੱਥੇ, ਵੀ ਮਿਲਣਾ ਚਾਹੁੰਦੇ ਆ ਉਹਨੂੰ ਅਸੀਂ। ਕਹਿੰਦੇ ਜਦੋਂ ਭਾਈ ਗੜੀਆ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਨੇ ਉਹਨੂੰ ਜਵਾਬ ਦਿੱਤਾ, ਕਹਿੰਦੀ ਉਹਨੂੰ ਕਹਿ ਜਦੋਂ ਗੁਰੂ ਘਰ ਆਈ ਜਾਂਦਾ ਨਾ ਨਿਮਰਤਾ ਨਾਲ ਆਈ ਜਾਂਦਾ, ਇੱਥੇ ਜੰਗ ਕਰਨ ਨਹੀਂ ਆਇਆ, ਨਿਮਰਤਾ ਨਾਲ ਆਵੇ, ਨੰਗੇ ਪੈਰੀ ਚੱਲ ਕੇ ਆਵੇ। ਜਿਵੇਂ ਮਾਤਾ ਗੰਗਾ ਜੀ ਨੂੰ ਬਾਬੇ ਬੁੱਢੇ ਨੇ ਕਿਹਾ ਸੀ ਵੀ ਬਾਬੇ ਕਹਿੰਨੂੰ ਕੀ ਭਜੜਾ ਪੈ ਗਈਆਂ, ਰਸਤੇ ਚੜ੍ਹ ਕੇ ਆਈ ਹੈ। ਫਿਰ ਗੁਰੂ ਅਰਜਨ ਦੇਵ ਨੇ ਕਿਹਾ ਜੀ ਜਦੋਂ ਦਾਤ ਲੈਣ ਜਾਈਏ ਨਾ ਉਦੋਂ ਨੀਵੇਂ ਹੋ ਕੇ ਜਾਈਦਾ, ਗੁਰੂ ਕੋਲ ਉੱਚੇ ਹੋ ਕੇ ਨਹੀਂ। ਉੱਚਿਆਂ ਨੂੰ ਫਲ ਨਹੀਂ ਲੱਗਦੇ, ਨੀਵਿਆਂ ਨੂੰ ਲੱਗਦੇ ਹੈ। ਗੁਰੂ ਦੇ ਅੱਗੇ ਨੀਵਾਂ ਹੋ ਕੇ ਜਾ, ਫਿਰ ਕੁਝ ਫਲ ਪ੍ਰਾਪਤ ਕਰੇਗਾ। ਕਹਿੰਦੇ ਕਿਉਂ? ਜਦੋਂ ਜਾ ਕੇ ਗੜੀਏ ਨੇ ਕਿਹਾ ਕਿ ਮੱਖਣ ਸਾਹਿਬ ਅੰਦਰੋਂ ਇਹ ਸੁਨੇਹਾ ਮਿਲਿਆ, ਜੇ ਕਿਤੇ ਆਈਏ ਨਾ ਕਿਸੇ ਮਹਾਂਪੁਰਖ ਦੇ ਕੋਲੇ ਨਿਮਰਤਾ ਨਾਲ ਆਈ ਨਾ, ਫੌਜਾਂ ਚੜਾ ਕੇ ਨਹੀਂ ਆਈ ਦੀਆਂ। ਕਹਿੰਦੇ ਉਹਦੇ ਦਿਲ ਵਿੱਚ ਗੱਜ ਵੱਜਦੀ ਵੀ ਇਹੋ ਜਿਹਾ ਜਵਾਬ ਜਿਹੜਾ ਦੇ ਰਿਹਾ ਨਾ ਇਹਦੇ ਅੰਦਰ ਕੁਝ ਹੈ।
नहीं तो लोग चाहते आ भी हाँ नाल लोग आउण साडी चढ़ाई होवे भी इहदे कोल तां इन्ने बंदे आउंदे आ, इन्नियां फौजां नाल आईयां, इन्ने इहदे नाल बड़े बड़े गनमैन आउंदे आ। कहंदे मुड़ गया फिर नंगे पैरी मक्खण साहब दी रौला, फिर आउंदा फिर ਉਹਨੂੰ ਲੰਘਣ ਦਿੰਦੇ ਆ ਤੇ ਜਦੋਂ ਲੰਘ ਕੇ ਅੰਦਰ ਜਾਂਦਾ ਹੈ ਹੁਣ ਮਨ ਵਿੱਚ ਸ਼ੰਕਾ ਤਾਂ ਹੈ ਨਾ, ਕਿਉਂਕਿ ਪਹਿਲਾਂ 22 ਨਗਰੀ ਮਿਲ ਚੁੱਕੇ ਆ ਵੀ ਪਰਖ ਕੇ ਤੇ ਵੇਖਿਆ ਇਹਨੂੰ ਵੀ। ਹੁਣ ਕਹਿੰਦੇ ਉਸੇ ਤਰ੍ਹਾਂ 5 ਮੋਹਰਾਂ ਰੱਖ ਕੇ ਮੂਹਰੇ ਮੱਥਾ ਟੇਕ ਕੇ ਤੇ ਉੱਠਣ ਲੱਗਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਖੱਦਰ ਦੀ ਚਾਦਰ ਉੱਪਰ ਲੈ ਕੇ ਬੈਠੇ ਹੋਏ ਆ। ਜਦੋਂ ਉੱਠਣ ਲੱਗਦਾ ਨਾ ਕਹਿੰਦੇ ਮਹਾਰਾਜ ਨੂੰ ਬਾਂਹ ਫੜ ਲੈਂਦੇ ਆ, ਕਹਿੰਦੇ ਉਹ ਮੱਖਣਾ ਆਹ ਕੀ ਰੱਖਿਆ? ਕਹਿਣ ਲੱਗੇ ਜੀ 5 ਮੋਹਰਾਂ। ਕਹਿਣ ਲੱਗੇ ਜਿੱਦੇ ਡੁੱਬ ਰਿਹਾ ਸੀ ਉਦੋਂ ਅਰਦਾਸ ਕਿੰਨੀਆਂ ਨੇ ਕੀਤੀ ਸੀ? ਕਹਿੰਦੇ ਚਰਨਾਂ 'ਚ ਡੁੱਬ ਪਿਆ। ਇੰਨੀ ਗੱਲ ਕਹਿਣ ਨਾਲ ਮਹਾਰਾਜ ਨੇ ਚਾਦਰ ਉੱਪਰੋਂ ਲਾਈ, ਕਹਿੰਦੇ ਆ ਵੇਖ ਮੋਢੇ ਦੇ ਵਿੱਚ ਕਿੱਲ ਵੱਜੇ ਹੋਏ, ਤੇਰਾ ਬੇੜਾ ਮੋਢੇ ਨਾਲ ਪਾਰ ਕਰਕੇ ਲੈ ਕੇ ਆਏ ਆ, ਵਾਅਦਾ ਕੀਤਾ ਤੂੰ 500 ਦਾ ਤੇ ਅੱਜ ਜਦੋਂ ਦੇਣ ਦੀ ਵਾਰੀ ਆਈ 5 ਨਾਲ ਹੀ ਸਾਰ ਰਹੇ ਆ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨੂੰ ਯਕੀਨ ਹੋ ਗਿਆ ਵੀ ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਦੀ ਅਸਲ ਜੋਤ ਇਹ ਹੈ ਤੇ ਕਹਿੰਦੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਗਿਆ। ਕਹਿਣ ਲੱਗਿਆ ਸੱਚੇ ਪਾਤਸ਼ਾਹ ਜੇ ਤੁਸੀਂ ਅਸਲੀ ਹੋ ਕਿਉਂ ਲੁੱਕ ਕੇ ਬੈਠੇ ਹੋ? ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਤਰਸ ਰਹੀਆਂ ਨੇ, ਬਾਹਰ ਨਕਲੀਆਂ ਨੇ ਲੋਕਾਂ ਨੂੰ ਲੁੱਟ ਲਿਆ, ਨਕਲੀਆਂ ਤੋਂ ਲੋਕ ਇੰਨੇ ਤੰਗ ਹੋ ਗਿਆ, ਤੁਸੀਂ ਬਾਹਰ ਨਿਕਲੋ। ਮਹਾਰਾਜ ਫਿਰ ਕਹਿੰਦੇ ਆ ਨਹੀਂ ਤੂੰ ਰੌਲਾ ਨਹੀਂ ਪਾਉਣਾ, ਸਾਡਾ ਹਜੇ ਸਮਾਂ ਨਹੀਂ ਪ੍ਰਗਟ ਹੋਣਾ, ਤੂੰ ਰੌਲਾ ਨਹੀਂ ਪਾਉਣਾ। ਕਹਿਣ ਲੱਗਿਆ ਮਹਾਰਾਜ ਮੈਂ ਕਿਉਂਕਿ ਜਿਹੜਾ ਸੱਚਾ ਸਿੱਖ ਹੈ ਨਾ, ਗੁਰੂ ਨਾਲ ਪਿਆਰ ਕਰਨ ਵਾਲਾ ਆਪਣੇ ਗੁਰੂ ਦੀ ਕਦੇ ਬੇਇੱਜ਼ਤੀ ਹੁੰਦੀ ਦੇਖ ਨਹੀਂ ਸਕਦਾ। ਉਹ ਆਪਣੇ ਭਾਵੇਂ ਕੋਈ ਉਹਦਾ ਵੱਡਾ ਹੈ ਉਹਦਾ ਸਤਿਕਾਰ ਚਾਹੁੰਦਾ ਹੈ, ਉਹਦੀ ਬੇਇੱਜ਼ਤੀ ਹੁੰਦੀ ਨਹੀਂ ਦੇਖ ਸਕਦਾ। ਕਿ ਲੋਕ ਕੋਈ ਤਾਂ ਤੈਨੂੰ ਕਮਲਾ ਕਹਿ ਰਿਹਾ, ਕੋਈ ਲੋਕ ਕਹਿੰਦੇ ਵੀ ਸਾਡਾ ਗੁਰੂ ਵੱਡਾ ਹੈ ਕੁਝ ਨਹੀਂ, ਵੀ ਮਹਾਰਾਜ ਕਿਰਪਾ ਕਰੋ ਮੈਂ ਤੇ ਜ਼ਰੂਰ ਤੁਹਾਨੂੰ ਪ੍ਰਗਟ ਕਰਨਾ। ਮਹਾਰਾਜ ਕਹਿੰਦੇ ਜੇ ਤੂੰ ਇਹ ਕੁਛ ਕਰਨਾ ਤੇਰਾ ਮੂੰਹ ਕਾਲਾ ਕਰ ਦਾਂਗੇ। ਕਹਿੰਦੇ ਬਾਹਰ ਨਿਕਲੇ ਆਪਣਾ ਮੂੰਹ ਆਪ ਹੀ ਕਾਲਾ ਕਰ ਲਿਆ। ਕਹਿਣ ਲੱਗਿਆ ਸੱਚੇ ਪਾਤਸ਼ਾਹ ਜਿਹੜੀ ਸਜ਼ਾ ਤੁਸੀਂ ਦੇਣੀ ਆ ਮੈਂ ਸਜ਼ਾ ਆਪ ਉਹਨੇ ਮੂੰਹ ਕਾਲਾ ਮੱਖਣ ਸਾਹ ਨੇ ਕਰ ਲਿਆ। ਇਹ ਕਹਿ ਦਈਏ ਵੀ ਐਡਾ ਸਾਹੂਕਾਰ ਜਿਹਨਾਂ 500 ਨੌਕਰ ਚੱਲਿਆ ਆਉਂਦਾ ਹੈ, ਕੋਠੇ ਉੱਪਰ ਚੜ੍ਹ ਕੇ ਪਰਨਾ ਹਲਾ ਲਾ ਕਹਿੰਦਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਭਾਵ ਸੱਚਾ ਗੁਰੂ ਲੱਭ ਗਿਆ। ਉਹ ਲੋਕੋ ਨਕਲੀਆਂ ਨੂੰ ਛੱਡ ਕੇ ਆ ਜਾਓ, ਅਸਲੀ ਗੁਰੂ ਤਾਂ ਇੱਥੇ ਬੈਠਾ, ਅਸਲੀ ਗੁਰੂ ਤਾਂ ਲੁਕਿਆ ਬੈਠਾ, ਉਹ ਤਾਂ ਕਿਸੇ ਨੂੰ ਸੱਦਦਾ ਹੀ ਨਹੀਂ, ਕਿਸੇ ਨੂੰ ਬੁਲਾਉਂਦਾ ਹੀ ਨਹੀਂ, ਉਹ ਤੇ ਗੁਪਤ ਹੋਇਆ ਬੈਠਾ ਹੈ। ਕਹਿੰਦੇ ਫਿਰ ਸੰਗਤਾਂ ਨੂੰ ਜਦੋਂ ਪਤਾ ਲੱਗਦਾ ਹੈ ਤੇ ਇੱਕ ਉਹਦੇ ਅੰਦਰੋਂ ਖਿੱਚ ਪੈਂਦੀ ਹੈ ਲੋਕਾਂ ਨੂੰ ਵੀ ਸੱਚਮੁੱਚ ਜਿਹੜੀ ਆਵਾਜ਼ ਆ ਰਹੀ ਹੈ ਨਾ ਗੁਰੂ ਲਾਧੋ ਰੇ, ਸੱਚਾ ਗੁਰੂ ਇੱਥੇ ਬੈਠਾ। ਸੰਗਤਾਂ ਸਾਰਿਆਂ ਗੁਰੂਆਂ ਤੋਂ ਉੱਧਰ ਨੂੰ ਆਉਣਾ ਸ਼ੁਰੂ ਹੋ ਗਈਆਂ। ਉੱਧਰ ਸਾਧ ਹੁਣ ਸੰਗਤ ਆਉਂਦੀ ਹੈ, ਸੰਗਤ ਨਾਲ ਭਟਾਵਾਂ ਆਉਂਦੀਆਂ ਨੇ, ਪਦਾਰਥ ਆਉਂਦੇ ਆ, ਕੋਈ ਕੁਛ ਚੱਕੀ ਆਉਂਦਾ, ਕੁਛ ਮਹਾਰਾਜ ਦੇ ਅਸਥਾਨ ਦੇ ਉੱਪਰ ਢੇਰਾਂ ਦੇ ਢੇਰ ਲੱਗਦੇ, ਸੰਗਤਾਂ ਇੰਨੀਆਂ ਆ ਗਈਆਂ। ਹੁਣ ਧੀਰਮਲ ਜਿਹੜਾ ਹੈ ਸਕਾ ਭਤੀਜਾ ਗੁਰੂ ਤੇਗ ਬਹਾਦਰ ਦਾ, ਉਹਦੇ ਮਨ ਵਿੱਚ ਬੜੀ ਈਰਖਾ ਆਈ ਬਈ ਮੈਂ ਤਾਂ ਸੋਚਿਆ ਸੀ ਵੀ ਇਹ ਪ੍ਰਗਟ ਹੋਣੇ ਹੀ ਤਾਂ ਪ੍ਰਗਟ ਹੋ ਗਏ, ਮੇਰਾ ਤਾਂ ਸਾਰਾ ਹੀ ਕੁਝ ਬੰਦ ਹੋ ਗਿਆ। ਕਹਿੰਦੇ ਉਹਦਾ ਮਸੰਦ ਸੀ ਸਿੰਘਾਂ। ਮਹਾਰਾਜ ਜਦੋਂ ਸੰਗਤਾਂ ਆਉਣ ਲੱਗੀਆਂ ਨਾ, ਮਹਾਰਾਜ ਉਸੇ ਤਰ੍ਹਾਂ ਬਾਹਰ ਨਿਕਲ ਕੇ ਆਪਾਂ ਕਹਿੰਦੇ ਘੋੜੀ 'ਤੇ ਘੁੰਮਣ ਜਾਂਦੇ ਆ, ਸ਼ਾਮ ਦੇ ਟਾਈਮ 'ਤੇ ਬਾਹਰ ਘੁੰਮਣ ਵਾਸਤੇ ਨਿਕਲਦੇ ਆ। ਕਹਿੰਦੇ ਉਹਨੇ ਸਕੇ ਭਤੀਜੇ ਨੇ ਆਪਣੇ ਚਾਚਾ ਗੁਰੂ ਦੇ ਉੱਪਰ ਸੀਹੇ ਮਸਾਨੂੰ ਕਹਿ ਕੇ ਗੋਲੀ ਚਲਵਾਤੀ। ਗੋਲੀ ਚਲਾਈ ਹੈ, ਮਹਾਰਾਜ ਦੇ ਮੋਢੇ 'ਤੇ ਜਾ ਕੇ ਗੋਲੀ ਵੱਜਦੀ ਹੈ। ਕਹਿੰਦੇ ਜਦੋਂ ਮੋਢੇ 'ਤੇ ਗੁਰੂ ਤੇਗ ਬਹਾਦਰ 'ਤੇ ਗੋਲੀ ਵੱਜਦੀ ਹੈ, ਮਾਤਾ ਨਾਨਕੀ ਵੀ ਉੱਥੇ ਖੜੀ ਹੈ। ਹੁਣ ਮਾਤਾ ਨਾਨਕੀ ਤਾਂ ਮਾਂ ਨਾ ਗੁਰੂ ਸਾਹਿਬ ਦੀ, ਭਾਵੇਂ ਉਹ ਗੁਰੂ ਬਣ ਗਏ ਨੇ, ਮਾਂ ਲਈ ਤੇ ਸਾਰਿਆਂ ਨੂੰ ਪੁੱਤ ਹੀ ਹੁੰਦਾ। ਪੁੱਤ ਜਿੱਡਾ ਮਰਜ਼ੀ ਚਲਾ ਜਾਵੇ ਪਰ ਮਾਂ ਵਾਸਤੇ ਤਾਂ ਪੁੱਤ ਹੀ ਹੁੰਦਾ। ਲੋਕ ਉਹਨੂੰ ਭਾਵੇਂ ਜੀ ਕਹਿਣ, ਕੁਝ ਵੀ ਕਹਿ ਕੇ ਬੁਲਾਉਣ, ਉਹਨੂੰ ਸਰ ਜੀ ਕਹਿ ਕੇ ਬੁਲਾਉਣ, ਪਰ ਮਾਂ ਵਾਸਤੇ ਤਾਂ ਪੁੱਤ ਹੀ ਹੁੰਦਾ। ਉਹ ਜਿਵੇਂ ਅਕਬਰ ਰਾਜਾ ਹੋਇਆ ਨਾ, ਉਹਦੀ ਜਿੱਥੇ ਮਾਂ ਚੜ੍ਹਾਈ ਕਰ ਗਈ ਆ, ਕਹਿੰਦੇ ਰੋਇਆ ਬਹੁਤ। ਲੋਕ ਕਹਿੰਦੇ ਵੀ ਤੂੰ ਰੋਂਦਾ ਕਿਉਂ ਆ? ਦੇਖ ਤੈਨੂੰ ਰਾਜਾ, ਤੈਨੂੰ ਕਿੰਨਾ ਸਤਿਕਾਰ ਲੋਕ ਕਰਦੇ, ਤੈਨੂੰ ਕੀ ਘਾਟਾ ਹੈ? ਕਹਿਣ ਲੱਗਿਆ ਵੀ ਇੱਕ ਘਾਟ ਮੈਨੂੰ ਪੈ ਗਈ, ਲੋਕ ਮੈਨੂੰ ਕੋਈ ਰਾਜਾ ਕਹਿ ਕੇ ਬੁਲਾਉਂਦਾ ਹੈ, ਕੋਈ ਸਰ ਜੀ ਕਹਿ ਕੇ ਬੁਲਾਉਂਦਾ, ਕੋਈ ਸਾਹਿਬ ਕਹਿ ਕੇ ਬੁਲਾਉਂਦਾ, ਪਰ ਮੈਨੂੰ ਅੱਧਾ ਨਾਂ ਲੈ ਕੇ ਬੇਵਕੂਫ ਮੇਰੀ ਇਕੱਲੀ ਮਾਂ ਹੀ ਬੁਲਾਉਂਦੀ ਸੀ, ਹੋਰ ਕਿਸੇ ਨੇ ਨਹੀਂ ਬੁਲਾਉਣਾ। ਇਸੇ ਤਰ੍ਹਾਂ ਹੁਣ ਮਾਤਾ ਨਾਨਕੀ ਕਹਿੰਦੇ ਭੱਜ ਕੇ ਜਾ ਕੇ ਮੂਹਰੇ ਹੋ ਗਈ, ਦੱਬੀਵਾ ਖੜ ਗਈ, ਕਹਿੰਦੀ ਵੇ ਦੋਸਤਾ ਜੇ ਗੋਲੀ ਚਲਾਉਣੀ ਹੈ ਮੇਰੇ 'ਤੇ ਚਲਾ। अब इन्ना प्यार आ, भावें बुढ़ी उम्र के भी हो सकते हैं, महाराज की उम्र उदों कितनी हो गई, कहते मोहरे जाके माता नानकी खड़ गई, गोली चलानी तो मेरे से चला, मेरे पुत से क्यों गोली चलाना। साध संग इस गल का जाके भाई मक्खण शाह के बाहर डेरे के सिख दस देंगे भी मक्खण शाह तो गुरु तू प्रगट किया, उसे तो भाना वरत गया, गुरु से तो गोली चल गई है। कहते मक्खण शाह के 500 सिपाही नाल सी, वो आया सीधा जाके उन्हें जाके नाल तसीना मसंद पढ़िया,
ਨਾਲੇ ਬੜਾ ਧੀਰਮਤ ਮਗਰ ਬਾਹਾਂ ਬੰਨ੍ਹ ਕੇ ਜਿੰਨਾ ਘਰ ਦਾ ਸਮਾਨ ਸੀ ਉਹਨਾਂ ਵੀ ਸਿਰ ਤੇ ਚੁਕਾ ਕੇ ਗੁਰੂ ਤੇਗ ਬਹਾਦਰ ਦੇ ਡੇਰੇ ਤੇ ਲੈ ਆਏ। ਲਿਆ ਕੇ ਮਹਾਰਾਜ ਦੇ ਸਾਹਮਣੇ ਖੜੇ ਕਰਦੇ, ਕਹਿੰਦੇ ਮਹਾਰਾਜ ਜੀ ਆਹ ਖੜਾ ਧੀਰਮਲ ਤੇ ਆਹ ਖੜਾ ਵਸੀਨਾ ਮਸੰਦ, ਦੱਸੋ ਕੀ ਸਜ਼ਾ ਦੇਣੀ ਆ। ਤੇ ਸਾਧ ਸੰਗਤ ਕਿੱਡੇ ਮਹਾਰਾਜ ਦਇਆਲੂ ਆ, ਕਹਿੰਦੇ ਨਹੀਂ ਮੱਖਣ ਸਾਹਿਬ ਇਹਨਾਂ ਦਾ ਵੀ ਭਲਾ ਹੋ ਜਾਣਗੇ। ਕਿੱਡੇ ਦਇਆਲੂ ਨੇ, ਐਵੇਂ ਨਹੀਂ ਬਾਣੀ ਲਿਖਦੇ ਉਹ ਵੀ ਹਰ ਕੋ ਸੋਗ ਨੂੰ ਇੱਕੋ ਜਿਹਾ ਸਮਝ, ਦੁੱਖ ਸੁੱਖ ਨੂੰ ਇੱਕ ਸਮਝ। ਇਹ ਆਪ ਆਪਣੇ ਸਰੀਰ ਤੇ ਢਾਲ ਕੇ ਗਏ ਆ ਵੀ ਸਾਹਮਣੇ ਬੰਦੇ ਨੇ ਗੋਲੀ ਚਲਾਈ ਆ, ਕਹਿਣ ਲੱਗੇ ਨਹੀਂ ਇਹਨਾਂ ਨੂੰ ਛੱਡ ਦੇ, ਇਹਨਾਂ ਦਾ ਵੀ ਭਲਾ ਹੋਵੇ। ਤੇ ਨਾਲ ਕਹਿੰਦੇ ਵੀ ਜਿਹੜਾ ਸਮਾਨ ਲੁੱਟ ਕੇ ਲਿਆਉਣਾ ਨਾ, ਆਹ ਸਮਾਨ ਦੀ ਖਾਤਰ ਹੀ ਸਾਰਾ ਰੌਲਾ ਪਿਆ, ਸਮਾਨ ਹੀ ਇਹਨੂੰ ਦੇ ਦਿਓ, ਕਿਉਂਕਿ ਸਮਾਨ ਮੇਰੇ ਕੋਲੇ ਆਇਆ ਤੇ ਮੇਰੇ ਤੇ ਗੋਲੀ ਚੱਲੀ ਆ, ਵੀ ਪੁਆੜੇ ਤਾਂ ਸਾਰੇ ਸਮਾਨ ਦੇ ਪਿਆ, ਸਮਾਨ ਸਾਰੇ ਚੱਕ ਕੇ ਇਹਨੂੰ ਦੇ ਦਿਓ। ਗੁਰੂ ਗ੍ਰੰਥ ਸਾਹਿਬ ਵੀ ਉਹਨੂੰ ਵਾਪਸ ਮੋੜ ਦਿੱਤੇ ਵੀ ਤੂੰ ਲੈ ਜਾ। ਉਹ ਫਿਰ ਗੁਰੂ ਗ੍ਰੰਥ ਸਾਹਿਬ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਦੁਬਾਰੇ ਫਿਰ ਦਮਦਮਾ ਸਾਹਿਬ ਲਿਖਾਉਂਦੇ ਆ। ਉਹ ਪੁਰਾਣਾ ਸਰੂਪ ਧੀਰਮੱਲੀਆਂ ਕੋਲੇ ਰਹਿ ਗਿਆ। ਇਹ ਫਿਰ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਣੀ ਸਿੰਘ ਤੋਂ ਲਿਖਾਉਂਦੇ ਆ ਤੇ ਬਾਬਾ ਦੀਪ ਸਿੰਘ ਜੀ ਇਹਨਾਂ ਤੋਂ ਲਿਖਵਾਉਂਦੇ ਆ। ਤੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਨੇ ਸਾਰਾ ਸਮਾਨ ਵੀ ਮੋੜ ਦਿੱਤਾ ਤੇ ਆਪ ਫਿਰ ਉੱਥੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ। ਇੱਕ ਤੇ ਜਨਮ ਭੂਮੀ ਆ, ਜਨਮ ਉੱਥੇ ਹੋਇਆ, ਔਰ ਦੂਸਰਾ ਸਾਧ ਸੰਗਤ ਜੀ ਉਹ ਸਥਾਨ ਕਹਿ ਦਈਏ ਸਾਡਾ ਸਿੱਖੀ ਧਰਮ ਦੇ ਸਭ ਤੋਂ ਵੱਡਾ ਸਥਾਨ ਹੈ। ਉਹਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਉੱਥੇ ਵੀ ਕਬਜ਼ਾ ਹੋਇਆ। 5ਵੇਂ ਪਾਤਸ਼ਾਹ ਦਾ ਭਰਾ ਸੀ ਪਿਰਤੀ ਚੰਦ ਦਾ ਮੁੰਡਾ ਸੀ ਮਿਹਰਬਾਨ। ਉੱਥੇ ਮਿਹਰਬਾਨ ਦਾ ਕਬਜ਼ਾ ਹੋਇਆ ਗਿਆ ਅੰਮ੍ਰਿਤਸਰ ਤੇ ਉਸ ਟਾਈਮ ਤੇ, ਕਿਉਂਕਿ ਨਾ ਉੱਥੇ 7ਵੇਂ ਪਾਤਸ਼ਾਹ ਗਏ ਨਾ 8ਵੇਂ। ਉਹ ਕਿੰਨਾ ਸਾਲ ਵਿੱਚੋਂ ਸਮਾਂ ਲੰਘ ਗਿਆ, ਉਹਨਾਂ ਨੇ ਕਬਜ਼ਾ ਕਰ ਲਿਆ ਅੰਮ੍ਰਿਤਸਰ ਦੇ ਉੱਪਰ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਆ ਰਹੇ ਆ, ਸਾਧ ਸੰਗਤ ਦਰਬਾਰ ਸਾਹਿਬ ਸਾਰਾ ਲੌਕ ਕਰਤਾ, ਬੰਦ ਕਰਦੇ। ਜਦੋਂ ਆਪਾਂ ਦਿਉੜੀ 'ਚ ਵੜਦੇ ਹਾਂ ਸਾਰੇ ਬੰਦ ਕਰ ਦਿੱਤੇ, ਇਸ ਕਰਕੇ ਕਿ ਗੁਰੂ ਤੇਗ ਬਹਾਦਰ ਕਿਤੇ ਅੰਦਰ ਮੱਥਾ ਨਾ ਟੇਕੇ, ਕਬਜ਼ਾ ਨਾ ਕਰਕੇ ਬਹਿ ਜੇ। ਕਹਿੰਦੇ ਜਦੋਂ ਮਹਾਰਾਜ ਗਏ ਤੇ ਜਾ ਕੇ ਉੱਥੇ ਵੇਖਿਆ, ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਸਾਰੇ ਨੂੰ ਜਿੰਦੇ ਲੱਗੇ ਪਏ ਆ, ਕਿਸੇ ਪਾਸੇ ਦੇ ਅੰਦਰ ਵੜਨ ਨਹੀਂ ਦਿੱਤਾ ਗੁਰੂ ਤੇਗ ਬਹਾਦਰ ਨੂੰ। ਫਿਰ ਮਹਾਰਾਜ ਆਪਾਂ ਨੂੰ ਜਾਣਿਆ ਕਿ ਉਹ ਅਕਾਲ ਤਖਤ ਜਾਈਏ, ਸੱਜੇ ਪਾਸੇ ਨਿਸ਼ਾਨ ਸਾਹਿਬ 2, ਉੱਥੇ ਉੱਚਾ ਹੁਣ ਤਾਂ ਗੁਰਦੁਆਰਾ ਬਣਾਤਾ, ਖੜਾ ਸਾਹਿਬ ਗੁਰਦੁਆਰਾ ਖੜਾ ਹੁੰਦਾ ਸੀ। ਮਹਾਰਾਜ ਉੱਥੇ ਖੜੇ ਤੇ ਬਹਿ ਗਏ, ਕਹਿਣ ਲੱਗੇ ਵੀ ਠੀਕ ਆ ਇਹਨਾਂ ਦੇ ਮਨਾਂ ਦੇ ਅੰਦਰ ਜ਼ਹਿਰ ਹੈ, ਪਰ ਮੇਰੇ ਅੰਦਰ ਨਹੀਂ। ਉਦੋਂ ਇਹ ਗੱਲ ਕਹੀ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਭਾਵ ਮਸੰਦਾਂ ਨੂੰ ਕਿਹਾ ਸੀ। ਉਹ ਕਹਾਵਤ ਬਾਅਦ ਵਿੱਚ ਲੋਕਾਂ ਨੇ ਉਹ ਵੀ ਬਣਾਦੀ ਹੈ ਵੀ ਅੰਮ੍ਰਿਤ ਸਰੀਏ ਅੰਦਰ ਸੜੀਏ, ਅੰਦਰ ਸੜੇ ਜਾਏ, ਪਰ ਮਹਾਰਾਜ ਨੇ ਮਸੰਦਾਂ ਨੂੰ ਕਿਹਾ ਸੀ, ਅੰਮ੍ਰਿਤਸਰੀਆਂ ਨੂੰ ਕਿਹਾ ਸੀ ਵੀ ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਵੀ ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ ਸਕਦੇ, ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਛੜੇ ਹੋਏ। ਫਿਰ ਮਹਾਰਾਜ ਉੱਥੇ ਬੈਠੇ, ਕੁਝ ਸਮਾਂ ਦੀਵਾਨ ਸਜਿਆ, ਤੁਰ ਪਏ ਉੱਥੋਂ। ਤੇ ਪਿੰਡ ਦੀਆਂ ਮਾਤਾਵਾਂ ਨੂੰ ਪਤਾ ਲੱਗਿਆ ਵੀ ਆਹ ਕੁਝ ਭਾਣਾ ਵਰਤਿਆ, ਗੁਰੂ ਸਾਹਿਬ ਨੂੰ ਤੇ ਵੜ ਨਹੀਂ ਦਿੱਤਾ ਅੰਦਰ। ਕਹਿੰਦੇ ਮਾਈਆਂ ਇਕੱਠੀਆਂ ਹੋ ਕੇ ਸਿਰਾਂ 'ਤੇ ਟੋਕਰੇ ਰੱਖ ਕੇ ਭਰ ਕੇ ਗਾਗਰਾਂ ਦਾਲ ਦੀਆਂ ਮਗਰ ਮਹਾਰਾਜ ਦੇ ਤੁਰ ਪਈਆਂ। ਮਗਰ ਜਾ ਕੇ ਮਹਾਰਾਜ ਨੂੰ ਰੋਕ ਕੇ ਪ੍ਰਸ਼ਾਦਾ ਛਕਾਇਆ ਕਿ ਅੰਮ੍ਰਿਤਸਰ ਦੇ ਵਿੱਚੋਂ ਗੁਰੂ ਸਾਹਿਬ ਭੁੱਖੇ ਜਾ ਰਹੇ ਨੇ। ਜਾ ਕੇ ਪ੍ਰਸ਼ਾਦਾ ਛਕਾਉਂਦਾ ਮਹਾਰਾਜ ਨੇ, ਸੰਗਤਾਂ ਨੇ ਪ੍ਰਸ਼ਾਦਾ ਛਕਿਆ, ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕਿਆ। ਉਦੋਂ ਫਿਰ ਮਹਾਰਾਜ ਨੇ ਇੱਕ ਵਚਨ ਕੀਤਾ ਸੀ, ਉਹ ਵਚਨ ਨੂੰ ਵੀ ਕੋਈ ਉਲਟਾ ਲੋਕਾਂ ਨੇ ਲਾਇਆ ਹੋਇਆ। ਮਹਾਰਾਜ ਨੇ ਤਾਂ ਕਿਹਾ ਸੀ, ਕਹਿੰਦੇ ਮਾਈਆਂ ਰੱਬ ਰਜਾਈਆਂ, ਉਹਨੂੰ ਉਲਟਾ ਨਹੀਂ, ਮਾਈਆਂ ਰੱਬ ਰਜਾਈਆਂ, ਮਾਈਆਂ ਨੂੰ ਤਾਂ ਰੱਬ ਹੀ ਰਜਾਵੇ। ਇਹ ਉਲਟ ਗੱਲ ਉਹਦੀ ਕਰਦੀ ਹੈ। ਉਹ ਰਜਾਈਆਂ ਤੇ ਰਜਾਈਆਂ ਦਾ ਫਰਕ ਆ। ਰਜਾਈਆਂ ਹੁੰਦਾ ਕਿਸ ਨੂੰ ਰਜਾ ਲੈਣਾ, ਖੁਸ਼ ਕਰ ਲੈਣਾ। ਵੀ ਮਾਈਆਂ ਰੱਬ ਰਜਾਈਆਂ ਕਿ ਮਾਈਆਂ ਨੇ ਰੱਬ ਨੂੰ ਰਜਾ ਲਿਆ, ਮਾਈਆਂ ਨੇ ਰੱਬ ਨੂੰ ਖੁਸ਼ ਕਰ ਲਿਆ। ਕਹਿੰਦੇ ਇਸ ਕਰਕੇ ਇਹ ਮਤਾਬੋ ਤੁਸੀਂ ਖੁਸ਼ ਕਰ ਲਿਆ ਤੇ ਹੁਣ ਇਹ ਜਗ੍ਹਾ ਫਿਰ ਪ੍ਰਫੁੱਲਤ ਰਹੇਗੀ। ਆ ਮਾਈਆਂ ਨੇ ਅੱਜ ਰੱਬ ਖੁਸ਼ ਕਰ ਲਿਆ। ਉਹ ਮਾਤਾਵਾਂ ਨੇ ਸੇਵਾ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਜਲ ਪਾਣੀ ਛਕਾਇਆ, ਸੰਗਤਾਂ ਨੂੰ ਛਕਾਇਆ। ਇਸ ਤਰ੍ਹਾਂ ਸਾਧ ਸੰਗਤ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸੋ ਸਮਾਂ ਹੋ ਚੁੱਕਿਆ ਹੈ, ਜਿੰਨਾ ਬਖਸ਼ਿਸ਼ ਹੋਈ ਸੀ। ਸੋ ਆਪ ਸੰਗਤਾਂ ਸਾਰੇ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੇ 3 ਦਿਨ ਤੋਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਸਰਵਣ ਕੀਤੀ ਹੈ, ਸੇਵਾ ਕੀਤੀ ਹੈ, ਕੀਰਤਨ ਕੀਤੇ, ਸਰਵਣ ਕੀਤੇ ਹੈ। ਸੋ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਤੇ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨ, ਆਪਾਂ ਸਾਰੇ ਇਸ ਦਰਬਾਰ ਦੇ ਵਿੱਚ ਜੁੜਦੇ ਰਹੀਏ, ਗੁਰੂ ਸਾਹਿਬ ਦੀਆਂ ਕਥਾ ਕਹਾਣੀਆਂ ਸਰਵਣ ਕਰਦੇ ਰਹੀਏ। ਸੋ ਜਿਤਨੀਆਂ ਵੀ ਸੰਗਤਾਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਆਓ ਸਾਰੇ ਸ਼ਲੋਕ ਪੜ੍ਹ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਉਸ ਤੋਂ ਬਾਅਦ ਸਾਧ ਸੰਗਤ ਦੀ ਸਮਾਪਤੀ ਵੱਲ ਜਾਣਾ ਹੈ। ਆਓ ਸਾਰੇ ਮਿਲ ਕੇ ਸ਼ਲੋਕ ਸਾਰੀ ਸੰਗਤ ਨਾਲ ਜਪਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਾ